ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ, ਇਹ ਤੇਰੇ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਜਾਗ ਲਿਹੋ ਰੇ ਮਨਾ, ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਾ ਸੰਗ ਹੀ, ਸੋ ਪੀ ਸੰਗ ਨ ਹੋਇਆ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ। ਰੈਨ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ। ਭਾਈ ਰੇ ਰਾਮ ਕਹੋ ਚਿਤ ਲਾਏ। ਹਰ ਜਸ ਵਖਰ ਲੈ ਚਲੋ, ਸਹੁ ਦੇਖੈ ਪਤਿ ਆਏ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਜਿਨਹੁ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਹਮ ਹੋ ਜੋ ਬੂਝਾ ਬੂਝਨਾ, ਪੂਰੀ ਪਰੀ ਬਲਾਏ। ਹਮ ਹੋ ਜੋ ਬੂਝਾ ਬੂਝਨਾ, ਪੂਰੀ ਪਰੀ ਬਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ
ਗੁਰੂ ਕੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਸਤਸੰਗਤ ਰੂਪ ਟਕਸਾਲ ਦੇ ਵਿੱਚ ਜੁੜ ਬੈਠ ਕੇ ਸ਼ਬਦ ਦੇ ਸ਼ਰਵਣ ਅਭਿਆਸ ਦੇ ਨਾਲ ਆਪਣੇ ਮਨ ਬੁੱਧ ਚਿੱਤ ਸੁਰਤ ਦੀ ਘਾੜਤ ਘੜਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਗਿਆਨ ਦੇ ਗੁਹਜ ਭਾਵਾਂ ਨੂੰ ਬੁੱਝਣ ਦਾ, ਸ਼ਬਦ ਦੇ ਗਿਆਨ ਰੂਪ ਪ੍ਰਕਾਸ਼ ਨੂੰ ਆਪਣੇ ਹਿਰਦੇ ਅੰਦਰ ਸੰਚਣ ਦਾ ਨਿਰਮਲ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜਿਨਹੂ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਲੜੀਵਾਰ ਸਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸਲੋਕ ਦੇ ਵਿੱਚ ਬਖਸ਼ਿਸ਼ ਕੀਤੀ ਸੀ, ਜਹ ਅਨ ਪਾਉ ਤਹ ਭੈ ਨਹੀਂ। ਕਿਉਂਕਿ ਜੀਵ, ਮਨੁੱਖਾ ਜੀਵ ਅਕਾਲ ਪੁਰਖ ਦੀ ਰਚਨਾ ਹੈ ਅਤੇ ਇਹਦੇ ਜੀਵਨ ਦਾ ਸਮੁੱਚਾ ਉੱਤਰਦਾਇਤਵ ਭਾਵ ਕਿ ਜ਼ਿੰਮੇਵਾਰੀ ਉਸ ਅਕਾਲ ਪੁਰਖ ਦੇ ਮਾਲਕ ਹੋਣ ਦੇ ਨਾਤੇ ਆਪਣੇ ਅਧਿਆਤਮਿਕ ਮਨੋਰਥ ਨੂੰ ਸਮਝ ਕੇ, ਆਪਣੇ ਆਤਮਾ ਦੇ ਸਦੀਵ ਰੂਪ ਨੂੰ ਸਮਝ ਕੇ ਉਹਦੇ ਨਾਲ ਅਭੇਦ ਹੋਣਾ ਮਨੁੱਖਾ ਜੀਵਨ ਦਾ ਮਨੋਰਥ ਹੈ। ਅਤੇ ਜਿਹੜੇ ਉਸ ਨਿਰੰਕਾਰ ਦੀ ਬਜਾਏ ਸੰਸਾਰ ਦੇ ਤੌਖਲੇ, ਡਰ, ਚਿੰਤਾਵਾਂ ਆਪਣੇ ਅੰਦਰ ਧਾਰਨ ਕਰ ਲੈਂਦੇ ਨੇ ਅਤੇ ਉਹਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੰਦੇ ਨੇ, ਇੱਕ ਸਮਾਂ ਆਉਂਦਾ ਹੈ ਸੰਸਾਰ ਦੀ ਤਰਫ ਤਾਂ ਭਾਵੇਂ ਪੂਰੇ ਜਾਂ ਸੰਪੰਨ ਗਿਣੇ ਜਾਣ, ਪਰ ਜਿਸ ਦਾ ਤਾਰ ਪ੍ਰਭੂ ਨੇ ਸਾਰਾ ਜੀਵਨ ਰਚਿਆ ਉਹਨਾਂ ਅਰਥਾਂ ਦੇ ਵਿੱਚੋਂ ਛੋਟੇ ਰਹਿ ਜਾਂਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਅਨੁਭਵ ਪੇਸ਼ ਕੀਤਾ ਸੀ ਕਿ ਸੰਸਾਰ ਦੇ ਭੈ ਦੀ ਬਜਾਏ ਨਿਰੰਕਾਰ ਜਿਹਨੇ ਸਾਡਾ ਜੀਵਨ ਰਚਿਆ ਹੈ, ਜੋ ਸਾਡੇ ਜੀਵਨ ਦੀ ਹਰ ਚੇਤ ਅਚੇਤ, ਬਾਹਰੀ ਅੰਦਰੂਨੀ ਸੂਖਮ ਕਿਰਿਆ ਦਾ ਜਾਣਨਹਾਰ ਅਤੇ ਨਿਵਾਜਣਹਾਰ ਹੈ, ਉਸ ਦੇ ਨਿਰਮਲ ਭਾਵ ਨੂੰ ਮਨ 'ਚ ਵਸਾ ਕੇ ਜੀਵਨ ਜਿਉਣਾ ਚਾਹੀਦਾ ਹੈ, ਤਾਂ ਜੀਵਨ ਸਫਲ ਹੈ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਕਬੀਰ ਜਿਨਹੂ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਸੰਸਾਰ ਦੇ ਵਿੱਚ ਇੱਕ ਅੰਗਰੇਜ਼ੀ ਦਾ ਵਿਦਵਾਨ ਹੈ, ਉਹਨੇ ਇੱਕ ਗੱਲ ਕਹੀ ਹੈ ਕਿ ਸੰਸਾਰ ਵਿੱਚ ਹਰੇਕ ਬੰਦਾ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਕਿਤਾਬ ਹੈ। ਹਰੇਕ ਦੇ ਕੋਲੋਂ ਆਪਣੇ ਜੀਵਨ ਦਾ ਇੱਕ ਵੱਖਰੇ ਤਰ੍ਹਾਂ ਦਾ, ਵੱਖਰੇ ਦ੍ਰਿਸ਼ਟੀਕੋਣਾਂ ਵਾਲਾ, ਵੱਖਰੀ ਸਮਝ ਵਾਲਾ ਅਨੁਭਵ ਹੈ। ਉਹ ਅਨੁਭਵ ਜਿਹੜਾ ਉਹਨੇ ਜੀਵਨ ਨੂੰ ਜਿਉਂ ਕੇ ਜਾਂ ਜੀਵਨ ਦੀਆਂ ਜਿਹੜੀਆਂ ਵੀ ਪਰਿਸਥਿਤੀਆਂ ਉਹਦੇ ਜੀਵਨ ਕਾਲ ਦੌਰਾਨ ਬਣੀਆਂ ਉਹਦੇ ਤੋਂ ਸਮਝਿਆ ਹੈ। ਇੰਝ ਹੀ ਜਿੱਥੇ ਇੱਕ ਸੰਸਾਰੀ ਕੋਲੋਂ ਆਪਣੀ ਮਿੱਥਿਆ ਹੁੰਦੀ ਹੈ, ਉੱਥੇ ਹੀ ਭਗਤ ਕੋਲੋਂ, ਇੱਕ ਅਧਿਆਤਮਿਕ ਪੁਰਸ਼ ਕੋਲੋਂ ਇੱਕ ਆਪਣਾ ਵੀ ਜੀਵਨ ਦਾ ਵੱਡਾ ਅਨੁਭਵ ਹੁੰਦਾ ਹੈ। ਉਸ ਜੀਵਨ ਅਨੁਭਵ ਦੇ ਵਿੱਚ ਜ਼ਰੂਰੀ ਨਹੀਂ ਕਿ ਉਹ ਬੜਾ ਆਨੰਦਦਾਇਕ ਹੀ ਹੋਵੇ, ਜਾਂ ਉਹ ਬੜਾ ਸਰਲ ਜਿਹਾ ਹੋਵੇ, ਜਾਂ ਉਹ ਬੜਾ ਸਤਹੀ ਜਿਹੀ ਸਮਝ ਵਾਲਾ ਹੋਵੇ। ਉਦਾਹਰਨ ਦੇ ਤੌਰ 'ਤੇ ਅਸੀਂ ਵਿਗਿਆਨਕ ਖੋਜਾਂ ਦਾ ਲਾਭ ਉਠਾਉਂਦੇ ਹਾਂ, ਪਰ ਇੱਕ ਵਿਗਿਆਨਕ ਕਿੰਨੀਆਂ ਮੁਸ਼ੱਕਤਾਂ ਵਿੱਚੋਂ ਗੁਜ਼ਰ ਕੇ ਇਸ ਸਿੱਟੇ ਤੱਕ ਪਹੁੰਚਿਆ। ਜਦੋਂ ਇਸ ਗੱਲ ਬਾਰੇ ਜਾਣਾਂਗੇ, ਕੋਈ ਨਹੀਂ ਜਾਣਨਾ ਚਾਹੁੰਦਾ। ਪਹਿਲਾਂ ਤਾਂ ਇਹ ਹੈ, ਅਸੀਂ ਵਿਗਿਆਨਕ ਖੋਜਾਂ ਦਾ ਕਿੰਨਾ ਆਨੰਦ ਮਾਣਦੇ, ਕਿੰਨਾ ਸਾਡਾ ਜੀਵਨ ਅੱਜ ਤਕਨੋਲੋਜੀ ਨੇ ਆਰਾਮਦਾਇਕ ਕਰ ਦਿੱਤਾ ਹੈ, ਪਰ ਕਦੀ ਸਾਡੇ ਮਨ ਅੰਦਰ ਆਇਆ ਕਿ ਇਹਦਾ ਪਹਿਲਾ ਖੋਜ ਕਰਤਾ ਕਿਵੇਂ ਦਾ ਸੀ, ਉਹਨੇ ਕਿਵੇਂ ਕੀਤਾ, ਕਿਵੇਂ ਨਹੀਂ ਕੀਤਾ, ਕੀ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਿਆ। ਅਸੀਂ ਬਹੁਤ ਘੱਟ ਹਾਂ, ਜਿਹੜੇ ਕੋਈ ਇੱਕ ਅੱਧ ਪ੍ਰਤੀਸ਼ਤ ਹੋਏਗਾ ਜਿਹੜਾ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਦਾ। ਇੰਝ ਹੀ ਜਦੋਂ ਅਧਿਆਤਮ ਦੇ ਵਿੱਚ ਅਸੀਂ ਭਗਤ ਸਾਹਿਬਾਨਾਂ ਦੇ, ਸਤਿਗੁਰੂ ਸਾਹਿਬਾਨਾਂ ਦੇ ਅਧਿਆਤਮ ਦੇ ਵੱਡੇ ਅਨੁਭਵ ਜਾਣਦੇ ਹਾਂ, ਅਸੀਂ ਇਹ ਆਖ ਦਿੰਦੇ ਹਾਂ ਕਿ ਬੜਾ ਉੱਚਾ ਗਿਆਨ ਹੈ, ਸਾਡੀ ਬੁੱਧ ਇਸ ਨੂੰ ਬੁੱਝ ਨਹੀਂ ਸਕਦੀ।
ਪਰ ਉਸ ਗਿਆਨ ਦਾ, ਉਸ ਅਧਿਆਤਮ ਦੇ ਅਨੁਭਵ ਨੂੰ ਉਹਨਾਂ ਨੇ, ਜੀਵਨ ਪੁਰਖਾਂ ਨੇ ਜੀਵਨ ਦੇ ਕਿਹੜੇ ਪੱਧਰਾਂ ਵਿੱਚੋਂ ਲੰਘ ਕੇ ਕਮਾਇਆ, ਉਹਦੀ ਕਮਾਈ ਕੀ ਹੈ, ਇਸ ਗੱਲ ਨੂੰ ਜਾਣਨ ਦੀ ਵੀ ਸਾਡੀ ਜਿਗਿਆਸਾ ਕਈ ਵਾਰੀ ਘੱਟ ਰਹਿ ਜਾਂਦੀ ਹੈ। ਇਸ ਕਰਕੇ ਅੱਜ ਦੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇੱਕ ਅਧਿਆਤਮਿਕ ਪੁਰਸ਼ ਦਾ ਇੱਕ ਅਧਿਆਤਮਿਕ ਦੁੱਖ ਵੀ ਹੁੰਦਾ ਹੈ। ਇਹ ਦੁੱਖ ਦਾ ਅਰਥ ਆਮ ਅਰਥ ਨਹੀਂ ਹੈ, ਇਹਦਾ ਮਤਲਬ ਉਹਦਾ ਅਧਿਆਤਮਿਕ ਦੁੱਖ ਵੀ ਹੁੰਦਾ ਹੈ, ਜਿਹੜਾ ਉਹਨੇ ਉਸ ਦੁੱਖ ਨਾਲ ਜਿਉਂ ਕੇ ਹੀ ਆਪਣਾ ਅਨੁਭਵ ਕਮਾਇਆ ਹੁੰਦਾ ਹੈ। ਉਹ ਦੁੱਖ ਤੋਂ ਪਰਾਂ ਹੋ ਕੇ ਆਪਣਾ ਅਨੁਭਵ ਕਮਾ ਹੀ ਨਹੀਂ ਸਕਦਾ। ਅਤੇ ਅੱਜ ਦੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਇਹੀ ਸਾਨੂੰ ਅਨੁਭਵ ਬਖਸ਼ਿਸ਼ ਕਰ ਰਹੇ ਹਨ। ਕਬੀਰ ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਕੁਝ ਨਹੀਂ ਜਾਣਿਆ। ਜਿਨਹੂ ਕਿਛੂ ਜਾਣਿਆ ਦਾ ਭਾਵ ਕੀ ਹੈ ਕਿ ਜਿਨ੍ਹਾਂ ਨੇ ਜੀਵਨ ਨੂੰ ਕਿਸੇ ਵੀ ਪਾਖਣ ਤੋਂ ਬੁੱਝਣ ਦਾ, ਜਾਣਨ ਦਾ ਯਤਨ ਨਹੀਂ ਕੀਤਾ, ਪਸ਼ੂ ਵਾਂਗ ਆਪਣੀ ਚੇਤਨਾ ਸੀਮਤ ਰੱਖੀ, ਕੇਵਲ ਚਾਰੇ ਤੱਕ ਥੋੜ੍ਹੇ ਜਿਹੇ ਵਿਸ਼ੇ ਵਿਕਾਰ ਅਤੇ ਥੋੜ੍ਹੀ ਜਿਹੀ ਹਿੰਸਕ ਬਿਰਤੀਆਂ ਦੇ ਨਾਲ ਆਪਣਾ ਪੂਰਾ ਜੀਵਨ ਬਿਤਾ ਲੈਣਾ। ਜਿਨ੍ਹਾਂ ਨੇ ਇਸ ਤਰ੍ਹਾਂ ਦਾ ਜੀਵਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਤੀਤ ਕੀਤਾ, ਜਾਂ ਜੀਵਨ ਦੀ ਇਹੋ ਜਿਹੀ ਇੰਨੀ ਕੁ ਸਮਝ ਜਿਨ੍ਹਾਂ ਕੋਲ ਸੀ, ਤਿੰਨ ਸੁੱਖ ਨੀਂਦ ਵਿਆਏ ਬੜੇ ਆਰਾਮ ਨਾਲ ਸੁੱਤੇ ਨੇ। ਕੋਈ ਮੁਸ਼ਕਿਲ ਨਹੀਂ ਹੈ ਕਿ ਜੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਉਹਨਾਂ ਦੇ, ਨਾ ਮਾਨਸਿਕ ਨਾ ਸਰੀਰਕ, ਨਾ ਉਹਨਾਂ ਦੇ ਕਿਸੇ ਕਲਪਨਾ ਦੇ ਵਿੱਚ ਕੋਈ ਮੁਸ਼ਕਿਲ ਦੇ ਆਉਣ ਦਾ ਖਿਆਲ ਹੈ। ਕਹਿੰਦੇ ਹਮ ਹੋ ਜੋ ਬੂਝਾ ਬੂਝਣਾ, ਜਿਹੜਾ ਅਸੀਂ ਜੀਵਨ ਨੂੰ ਬੁੱਝਣ ਵਾਲੇ ਪਾਸੇ ਤੁਰ ਪਏ ਹਾਂ, ਕਿਉਂਕਿ ਮਾਲਕ ਦੀ ਸਭ ਤੋਂ ਵੱਡੀ ਬਖਸ਼ਿਸ਼ ਜੀਵਨ ਹੈ। ਇਹਦੇ ਵਿੱਚ ਉਹ ਆਪਣੀ ਅੰਸ਼ ਉਤਾਰਦਾ ਹੈ, ਪ੍ਰਾਣਾਂ ਦੀ ਇਤਨੀ ਅਮੋਲਕ ਰਾਸ ਦਿੰਦਾ ਹੈ, ਰਿਜ਼ਕ ਦਾ ਸਾਰੀ ਜ਼ਿੰਦਗੀ ਦਾ ਆਧਾਰ ਦਿੰਦਾ ਹੈ, ਬਾਣੀ ਦਾ ਸਾਨੂੰ ਐਡਾ ਵੱਡਾ ਉਹ ਬਲ ਦਿੰਦਾ ਹੈ। ਜੇ ਇੰਨਾ ਕੁਝ ਕਹਿੰਦੇ ਜੀਵਨ ਨੂੰ ਸਮਝਣ 'ਤੇ ਜਦੋਂ ਲੱਗੇ ਹਾਂ, ਖਾਸ ਕਰਕੇ ਅਧਿਆਤਮਿਕ ਅਰਥਾਂ ਵਿੱਚ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੂਰੀ ਭਰੀ ਬਲਾਏ, ਭਾਵ ਕਿ ਪੂਰੀ ਦੀ ਪੂਰੀ ਬਲਾ ਗੱਲ ਪਾ ਲਈਏ, ਭਾਵ ਕਿ ਬੜੀ ਮੁਸ਼ਕਿਲ ਹੋ ਗਿਆ ਜਦੋਂ ਦਾ ਬੁੱਝਣਾ ਯਤਨ ਕੀਤਾ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਆਪਦੇ ਸਨਮੁਖ ਰੱਖਣ ਦਾ ਯਤਨ ਕਰਨਾ। ਕਬੀਰ ਜਿਨਹੂ ਕਿਛੂ ਜਾਣਿਆ ਨਹੀਂ। ਜੀਵਨ ਦੇ ਵਿੱਚ, ਵੈਸੇ ਵੀ ਵਰਤਮਾਨ ਸਮੇਂ ਦੇ ਵਿੱਚ ਮਨੁੱਖ ਨੇ ਜੀਵਨ ਦੇ ਅਰਥ ਕੇਵਲ ਪਦਾਰਥ ਤੱਕ ਸੀਮਤ ਕਰ ਲਏ ਨੇ। ਉਹਦੀ ਚੇਤਨਾ ਪਦਾਰਥ ਤੋਂ ਅੱਗੇ ਜਾਂਦੀ ਨਹੀਂ। ਕੋਈ ਵੀ ਕਾਰਜ ਕਰਦਾ ਹੈ, ਉਹਦਾ ਭਾਵ ਉਹ ਪਦਾਰਥ ਦੇ ਨੁਕਤੇ ਤੋਂ ਹੀ ਸਮਝਣਾ ਚਾਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ। ਇਸ ਕਰਕੇ ਇਸ ਜਿਨਹੂ ਕਿਛੂ ਜਾਣਿਆ ਨਹੀਂ ਦੇ ਵਿੱਚ ਉਹ ਸਾਰਾ ਜਗਤ ਆਉਂਦਾ ਹੈ, ਜਿਨ੍ਹਾਂ ਨੇ ਕਿਸੇ ਵੀ ਪੱਖ ਤੋਂ ਗਿਆਨ ਦੀ ਸਾਧਨਾ ਨਹੀਂ ਕੀਤੀ, ਕਿਸੇ ਵੀ ਪੱਖ ਤੋਂ। ਉਦਾਹਰਨ ਦੇ ਤੌਰ 'ਤੇ ਇਸ ਨਗਰ ਦੀ ਸੁਸਾਇਟੀ ਹੈ, 100 ਪੜ੍ਹੇ ਲਿਖੇ ਜਿਹੜੇ ਗਿਣੇ ਜਾਂਦੇ ਨੇ ਉਹ ਇਕੱਠੇ ਕਰ ਲਏ ਜਾਣ, ਉਹਨਾਂ ਨੂੰ ਧਰਮ ਦੇ ਸੰਬੰਧ ਵਿੱਚ 10 ਲਾਈਨਾਂ ਲਿਖਣ ਲਈ ਕਹਿ ਦਿੱਤੀਆਂ ਜਾਣ, ਮੁਸ਼ਕਿਲ ਹੈ ਕਿ ਲਿਖ ਸਕਣ ਵੀ ਧਰਮ ਅਸਲ ਕੀ ਹੈ। ਉਂਝ ਤੁਹਾਨੂੰ ਬੜਾ ਦੱਸ ਦੇਣਗੇ ਕਿ ਧਰਮ ਦੇ ਨਾਂ 'ਤੇ ਪਖੰਡ ਹੁੰਦਾ, ਲੁੱਟ ਹੁੰਦੀ ਹੈ, ਭ੍ਰਿਸ਼ਟਾਚਾਰ ਹੁੰਦਾ ਹੈ, ਧਰਮ ਲੋਕਾਂ ਨੂੰ ਕੁਰਾਹੇ ਪਾਉਂਦਾ ਹੈ, ਇੰਝ ਦੇ ਤੁਹਾਨੂੰ ਬੜੇ ਵਾਕ ਲਿਖ ਦੇਣਗੇ। ਪਰ ਉਹਨਾਂ ਨੂੰ ਕਿਹਾ 10 ਐਸੇ ਵਾਕ ਜਿਨ੍ਹਾਂ ਵਿੱਚ ਧਰਮ ਦੀ ਸ਼ੁੱਧ ਵਿਆਖਿਆ ਅਤੇ ਥੋੜ੍ਹੀ ਸੰਤੁਲਿਤ ਵਿਆਖਿਆ ਹੋਵੇ, ਉਹ 10 ਵਾਕ ਕੱਢ ਦਿਓ, ਨਹੀਂ ਮਿਲਣਗੇ। ਇਸ ਕਰਕੇ ਜਿਨਹੂ ਕਿਛੂ ਜਾਣਿਆ ਨਹੀਂ, ਇਹ ਇਕੱਲਾ ਸੰਸਾਰੀ ਦੀ ਗੱਲ ਥੋੜ੍ਹਾ ਹੋ ਰਹੀ ਹੈ। ਇਹਦੇ ਵਿੱਚ ਜਿਹੜੇ ਵਿੱਦਿਆ ਦੇ ਧਨ ਦੇ ਨਾਲ ਲਬਰੇਜ ਨੇ, ਉਹਨਾਂ ਦੀ ਵੀ ਗੱਲ ਹੋ ਰਹੀ, ਕਿਉਂਕਿ ਉਹਨਾਂ ਦੀ ਵਿੱਦਿਆ ਦਾ ਮਨੋਰਥ ਸੰਸਾਰੀ ਹੀ ਬਣ ਕੇ ਰਹਿ ਗਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਆਪਣੇ ਇਸ ਸਾਰੇ ਬਣੇ ਹੋਏ ਜੀਵਨ ਨੂੰ ਬੁੱਝਣ ਦਾ ਕੋਈ ਯਤਨ ਨਹੀਂ ਕੀਤਾ ਕਿ ਜੀਵਨ ਆਰੰਭ ਕਿੱਥੋਂ ਹੋਇਆ, ਕਿਵੇਂ ਬਣਿਆ, ਚੱਲ ਕਿਵੇਂ ਰਿਹਾ ਹੈ, ਇਹਦਾ ਸਿਰਜਣ ਵਾਲਾ, ਇਹਦਾ ਨਾਸ਼ਣ ਜਦੋਂ ਨਾਸ਼ ਹੋਏਗਾ ਉਦੋਂ ਕਿੱਥੇ ਜਾਏਗਾ, ਇਹਦਾ ਵੱਡਾ ਮਨੋਰਥ ਕੀ ਹੈ। ਇਹ ਸਾਰਾ ਕੁਝ ਕਹਿੰਦੇ ਜਿਨ੍ਹਾਂ ਨੇ ਨਹੀਂ ਜਾਣਨ ਦਾ ਯਤਨ ਕੀਤਾ ਅਤੇ ਨਾ ਹੀ ਜਾਣਿਆ, ਤਿੰਨ ਸੁੱਖ ਨੀਂਦ ਵਿਆਏ, ਉਹ ਬੜੇ ਆਰਾਮ ਨਾਲ ਬੈਠੇ ਨੇ। ਹੁਣ ਇਸ ਗੱਲ ਨੂੰ ਥੋੜ੍ਹਾ ਸਰਲ ਕਹਿ ਦੇਵਾਂ, ਇੱਕ ਮਨੁੱਖ ਗਹਿਰਾ ਨੀਂਦ 'ਚ ਸੁੱਤਾ ਹੋਵੇ, ਗਹਿਰਾ ਨੀਂਦ 'ਚ ਸੁੱਤਾ ਹੈ, ਉਹਨੂੰ ਕੋਈ ਚਿੰਤਾ ਨਹੀਂ ਹੈ। ਅਚਾਨਕ ਕਿਤੇ ਉਹਨੂੰ ਇੱਕ ਤਰਫ ਤੋਂ ਖਿਆਲ ਦੇ ਦਿੱਤਾ ਜਾਵੇ ਕਿ ਜਿਸ ਬਿਸਤਰ 'ਤੇ ਉਹ ਆਰਾਮ ਕਰ ਰਿਹਾ, ਉਸ ਬਿਸਤਰ ਦੇ ਵਿੱਚ ਇੱਕ ਜ਼ਹਿਰੀਲਾ ਨਾਗ ਸੱਪ ਆਦਿਕ ਹੈ, ਤਾਂ ਸੁਭਾਵਿਕ ਅੰਦਾਜ਼ਾ ਲਗਾ ਸਕਦੇ ਉਹਦੇ ਉੱਪਰ ਕੀ ਬਣੇਗੀ। ਉਹ ਇੱਕ ਛਿਣ ਦੇ ਵਿੱਚ ਬਿਸਤਰਾ ਛੱਡ ਦੇਵੇਗਾ,
ਦੌੜਨ ਦਾ, ਭੱਜਣ ਦਾ, ਬਚਣ ਦਾ ਯਤਨ ਕਰੇ। ਇਸੇ ਤਰ੍ਹਾਂ ਜੇ ਮਨੁੱਖ ਨੂੰ ਜਿਹਨੂੰ ਕਿਛੂ ਜਾਣਿਆ ਨਹੀਂ ਜਾਣਿਆ ਕਿ ਬਿਸਤਰ ਵਿੱਚ ਕੀ ਸੀ, ਆਰਾਮ ਨਾਲ ਸੁੱਤੇ ਪਏ, ਸੱਪ ਵੀ ਪਿਆਰਾ। ਕਈ ਵਾਰੀ ਐਸੇ ਸਿਲਸਿਲੇ ਵਾਪਰਦੇ ਨੇ, ਸਾਰੀ ਰਾਤ ਕਈ ਵਾਰੀ ਜ਼ਹਿਰੀਲਾ ਜੀਵ ਬੰਦੇ ਦੇ ਨਾਲ ਸੌਂ ਜਾਂਦਾ, ਖਿਆਲ ਹੀ ਨਹੀਂ ਆਇਆ, ਇਸ ਕਰਕੇ ਸੁਖੀ ਰਹੇ। ਜੇ ਖਿਆਲ ਆ ਜਾਂਦਾ ਤਾਂ ਮੁਸ਼ਕਿਲ ਹੋ ਜਾਣੀ ਸੀ, ਪਤਾ ਲੱਗ ਜਾਂਦਾ ਮੁਸ਼ਕਿਲ ਹੋ ਜਾਣੀ ਸੀ। ਇਸ ਕਰਕੇ ਜੀਵਨ ਨੂੰ ਨਾ ਜਾਣਨ ਵਾਲਿਆਂ ਦੇ ਪ੍ਰਤੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੜੇ ਸੁਖੀ ਨੇ। ਜੀਵਨ ਦੇ ਵਿੱਚ ਪਾਪ ਵੀ ਕਰ ਰਹੇ ਨੇ ਤੇ ਉਹਨੂੰ ਪੁੰਨ ਹੀ ਸਮਝ ਰਹੇ ਨੇ। ਜੀਵਨ ਦੇ ਵਿੱਚ ਅਗਿਆਨੀ ਨੇ ਤੇ ਅਗਿਆਨੀ ਹੋ ਕੇ ਵੀ ਗਿਆਨੀ ਸਮਝ ਰਹੇ ਨੇ ਆਪਣੇ ਨੂੰ। ਜੀਵਨ ਦੇ ਵਿੱਚ ਸਿਰੇ ਦੇ ਜਵਾਰੀ ਨੇ ਪਰ ਆਪਣੇ ਆਪ ਨੂੰ ਬੜੇ ਸਿਆਣੇ ਸਮਝ ਰਹੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸੁਖੀ ਨੇ। ਇਸ ਕਰਕੇ ਅਧਿਆਤਮਿਕ ਦੁੱਖ ਸ਼ਬਦ ਮੈਂ ਭਾਵੇਂ ਹੋ ਸਕਦਾ ਸ਼ਬਦ ਅਧੂਰਾ ਹੀ ਹੋਵੇ ਜਦੋਂ ਇਹਨੂੰ ਅਸੀਂ ਬਹੁਤ ਬਰੀਕੀ ਨਾਲ ਵਾਚੀਏ, ਪਰ ਵਿਚਾਰ ਦੇ ਨੁਕਤੇ ਤੋਂ ਜਿਹੜਾ ਅਧਿਆਤਮਿਕ ਦੁੱਖ ਕਿਹਾ ਕਿ ਅਧਿਆਤਮਿਕਤਾ ਵੀ ਇੱਕ ਦੁੱਖ ਨਾਲ ਕਮਾਈ ਜਾਂਦੀ ਹੈ। ਇਕੱਲੀ ਅਧਿਆਤਮਿਕਤਾ ਨਹੀਂ, ਸਾਰਾ ਕੁਝ ਦੁੱਖ ਨਾਲ ਕਮਾਇਆ ਜਾਂਦਾ ਹੈ। ਆ ਬੰਦੇ ਨੇ ਲੋੜ ਤੋਂ ਵੱਧ ਧਨ ਕਮਾਉਣਾ ਹੋਵੇ ਤੇ ਕਿੰਨਾ ਉਹਨੂੰ ਆਪਣਾ ਜਫਰ ਜਾਲਣੇ ਪੈਂਦੇ ਨੇ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਜੀਵਨ ਦਾ ਕੋਈ ਭਾਵ ਬੁੱਝਣ ਦਾ ਯਤਨ ਨਹੀਂ ਕੀਤਾ, ਜਿਨ੍ਹਾਂ ਨੇ ਜੀਵਨ ਦੇ ਕਿਸੇ ਗਹਿਰੀ ਸਮਝ ਦੇ ਅਨੁਸਾਰ ਹੋਣ ਦਾ ਯਤਨ ਨਹੀਂ ਕੀਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤਿੰਨ ਸੁੱਖ ਨੀਂਦ ਬਿਹਾਏ। ਭਾਵ ਕਿ ਇਸ ਕਰਕੇ ਹੁਣ ਇਹਦੇ ਵਿੱਚ ਵਰਤਮਾਨ ਮਨੁੱਖ ਦਾ ਇੱਕ ਸੰਕਟ ਹੈ। ਵਰਤਮਾਨ ਮਨੁੱਖ ਦਾ ਸੰਕਟ ਇਹ ਹੈ ਕਿ ਪਹਿਲਾਂ ਯੁੱਗਾਂ ਦੇ ਵਿੱਚ ਬੰਦਿਆਂ ਕੋਲ ਸਾਧਨ ਭਰਪੂਰ ਨਹੀਂ ਹੁੰਦੇ ਸਨ ਅਤੇ ਉਹਨਾਂ ਦਾ ਸਾਰਾ ਜੀਵਨ ਪਦਾਰਥ ਪ੍ਰਾਪਤੀ ਵੱਲ, ਜੀਵਨ ਦੀਆਂ ਬਾਹਰੀ ਲੋੜਾਂ ਨੂੰ ਪੂਰਤੀ ਕਰਨ ਵਿੱਚ ਲੰਘ ਜਾਂਦਾ ਸੀ। ਪਰ ਫਿਰ ਵੀ ਉਹਨਾਂ ਲੋਕਾਂ ਨੇ ਅਧਿਆਤਮ ਦੇ ਲਈ ਉਮਰ ਦਾ ਇੱਕ ਤਕਾਜ਼ਾ ਬਣਾਇਆ ਸੀ ਕਿ ਇੰਨੇ ਕੁ ਸਾਲ ਅਧਿਆਤਮਿਕ ਨੂੰ ਜ਼ਰੂਰ ਦੇਵਾਂਗੇ, ਧਰਮ ਦੀ ਸਾਧਨਾ ਨੂੰ ਜ਼ਰੂਰ ਦੇਵਾਂਗੇ। ਅੱਜ ਮਨੁੱਖ ਸੰਪੰਨ ਹੈ, ਮਨੁੱਖ ਦੇ ਕੋਲ ਸਭ ਸਹੂਲਤਾਂ ਭਰਪੂਰ ਨੇ ਅਤੇ ਮਨੁੱਖ ਇਸ ਸਾਰੇ ਕੁਝ ਦੇ ਬਾਵਜੂਦ ਵੀ ਜੀਵਨ ਦੇ ਕਿਸੇ ਵੱਡੇ ਅਰਥ ਨੂੰ ਨਹੀਂ ਬੁੱਝਣਾ ਚਾਹੁੰਦਾ ਜਾਂ ਉਨੇ ਕੁ ਦੇ ਨਾਲ ਹੀ ਲਿਮਟਡ ਹੈ। ਇਸ ਕਰਕੇ ਦੁਨੀਆ ਭਰ ਦੇ ਕਈ ਵਿਦਵਾਨਾਂ ਨੇ ਇਸ ਗੱਲ ਕਹੀ ਹੈ ਕਿ ਜਿਹੜੀ ਆਉਣ ਵਾਲਾ ਸਮਾਂ ਹੈ, ਮਨੁੱਖ ਜਿਹੜਾ ਹੈ ਐਨੀਮਲ ਫਾਰਮੇਸ਼ਨ ਵਾਲੇ ਪਾਸੇ ਵੱਧ ਰਿਹਾ ਹੈ। ਐਨੀਮਲ ਫਾਰਮੇਸ਼ਨ ਦਾ ਮਤਲਬ ਹੁੰਦਾ ਹੈ ਕਿ ਉਹਦੇ ਬੰਦੇ ਹੋਣ ਦੇ ਅਰਥ ਘਟਦੇ ਜਾ ਰਹੇ ਨੇ। ਉਹਨੂੰ ਹੱਸਣਾ ਨਹੀਂ ਆਉਂਦਾ, ਉਹਨੂੰ ਗੱਲ ਨਹੀਂ ਕਰਨੀ ਆਉਂਦੀ, ਉਹਨੂੰ ਗਿਆਨ ਦੇ ਵਿੱਚ ਟਿਕਣਾ ਨਹੀਂ ਆਉਂਦਾ, ਉਹਨੂੰ ਚੀਜ਼ਾਂ ਦੇ ਰਹੱਸ ਬੁੱਝਣੇ ਨਹੀਂ ਆਉਂਦੇ। ਉਹ ਹਰੇਕ ਚੀਜ਼ ਨੂੰ ਬਸ ਜਿੰਨਾ ਕੁ ਉਹਦਾ ਪ੍ਰਚਲਿਤ ਗਿਆਨ ਹੈ ਉਹਦੇ ਤੱਕ ਹੀ ਰੱਖ ਕੇ ਜੀਵਨ ਚਲਾਉਣਾ ਚਾਹੁੰਦਾ। ਇਸ ਕਰਕੇ ਕਹਿੰਦੇ ਉਹ ਐਨੀਮਲ ਫਾਰਮੇਸ਼ਨ ਵਾਲੇ ਪਾਸੇ ਵੱਧ ਰਿਹਾ ਅਤੇ ਮਨੁੱਖਤਾ ਦਾ ਸਭ ਤੋਂ ਵੱਡਾ ਸੰਕਟ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਜੀਵਨ ਨੂੰ ਹੁਣ ਕੀ ਨਹੀਂ ਜਾਣਿਆ। ਬੰਦਾ ਕਹੇਗਾ ਮੈਂ ਜ਼ਿੰਦਗੀ ਜਿਉਂ ਹੀ ਹੈ, ਰਿਸ਼ਤੇਦਾਰੀਆਂ ਬਾਰੇ ਜਾਣਦਾ, ਕਾਰੋਬਾਰ ਬਾਰੇ ਜਾਣਦਾ, ਧਾਰਮਿਕ ਬੰਦਿਆਂ ਬਾਰੇ ਵੀ ਜਾਣਦਾ ਕਿਵੇਂ ਦੇ ਹੁੰਦੇ ਨੇ, ਮੈਂ ਤਾਂ ਇਹਦੇ ਬਾਰੇ ਸਾਰਾ ਕੁਝ ਜਾਣਦਾ। ਫਿਰ ਭਗਤ ਕਬੀਰ ਸਾਹਿਬ ਜੀ ਕਿਹੜਾ ਕਹਿ ਰਹੇ ਵੀ ਜਿਹਨੂੰ ਕਿਛੂ ਜਾਣਿਆ ਨਹੀਂ। ਇਹ ਸਾਡਾ ਪ੍ਰਚਲਿਤ ਗਿਆਨ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਜਾਣਿਆ। ਜਿਹੜਾ ਭਗਤ ਕਬੀਰ ਸਾਹਿਬ ਜੀ ਜਿਹਨੂੰ ਕਿਛੂ ਜਾਣਿਆ ਨਹੀਂ ਕਹਿ ਰਹੇ, ਉਹ ਭਾਵ ਹੈ ਸਾਡੇ ਸੰਸਾਰ ਦਾ ਅੰਤਰੀਵ। ਕੱਲ੍ਹ ਵੀ ਨੁਕਤਾ ਆਪ ਦੇ ਸਨਮੁਖ ਅਰਜ਼ ਕੀਤਾ ਸੀ ਕਿ ਅਕਸਰ ਮਨੁੱਖ ਕਹਿਣਗੇ ਮੇਰਾ ਸੁਭਾਅ ਹੈ, ਪਰ ਜਿਹੜੇ ਜਿਹਨੂੰ ਕਿਛੂ ਜਾਣਿਆ ਨਹੀਂ ਉਹ ਇਹ ਗੱਲ ਕਹਿੰਦੇ ਨੇ ਮੇਰਾ ਸੁਭਾਅ ਹੈ। ਜਿਨ੍ਹਾਂ ਨੇ ਜਾਣਿਆ ਉਹਦੇ ਵਿੱਚ ਵਾਕ ਨਵਾਂ ਬਦਲਦੇ ਨੇ। ਉਹ ਕਹਿੰਦੇ ਇਹ ਮੇਰੇ ਮਨ ਦਾ ਸੁਭਾਅ ਹੈ, ਇਹ ਮੇਰੀ ਬੁੱਧੀ ਦਾ ਸੁਭਾਅ ਹੈ ਅਤੇ ਇਹ ਮੇਰੀ ਸੁਰਤ ਦਾ ਖਿਆਲ ਹੈ। ਉਹ ਹਰ ਇੱਕ ਵਿੱਚ ਹਰ ਸ਼ਬਦ ਦਾ ਨਾ ਕੋਈ ਅਰਥ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹਨੂੰ ਕਿਛੂ ਜਾਣਿਆ ਨਹੀਂ। ਹੁਣ ਇੱਕ ਜਿਹਨੂੰ ਕਿਛੂ ਜਾਣਿਆ ਨਹੀਂ ਕੀ ਹੈ ਕਿ ਜੀਵਨ ਉਦਾਹਰਨ ਦੇ ਤੌਰ 'ਤੇ ਅਸੀਂ ਇਸ ਦੇਹ ਦੇ ਵਿੱਚ ਦੇਹ ਦਾ ਜੀਵਨ ਜਿਉਂਦਿਆਂ ਕਿਤਨਾ ਆਨੰਦ ਮਾਣਦੇ ਹਾਂ, ਪ੍ਰਸਿੱਧੀ ਦਾ ਲਾਭ ਉਠਾਉਂਦੇ ਹਾਂ, ਧਨ ਸੰਪਦਾ ਕਮਾਉਂਦੇ ਹਾਂ, ਜੀਵਨ ਦੇ ਵਿੱਚ ਰੁਤਬਿਆਂ ਦਾ ਆਨੰਦ ਮਾਣਦੇ, ਸਾਰਾ ਕੁਝ ਕਰਦੇ, ਵਿਕਾਰਾਂ ਦਾ ਵੀ ਰਸ ਮਾਣਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੰਨਾ ਕੁਝ ਮੰਨਣ ਦੇ ਬਾਵਜੂਦ ਵੀ ਕਦੀ ਪਛਾਣ ਨਹੀਂ ਆਉਂਦੀ ਕਿ ਜੀਵਨ ਦਾ ਅਸਲ ਆਧਾਰ ਕੀ ਹੈ, ਜੀਵਨ ਉਪਜਿਆ ਕਿਵੇਂ ਹੈ, ਬਣਿਆ ਕਿਵੇਂ ਹੈ, ਜੀਵਨ ਦਾ ਸਾਰਾ ਸਿਲਸਿਲਾ ਚੱਲ ਕਿਵੇਂ ਰਿਹਾ ਹੈ। ਕਹਿੰਦੇ ਇਸ ਗੱਲ ਨੂੰ ਨਾ ਬੁੱਝਣ ਵਾਲੇ ਬੜੇ ਆਰਾਮਦਾਇਕ ਨੇ। ਇਸ ਕਰਕੇ ਜਿਹਨੂੰ ਕਿਛੂ ਜਾਣਿਆ ਨਹੀਂ, ਇਹਦਾ ਹੁਣ 2-3 ਨੁਕਤੇ ਆਪਦੇ ਸਨਮੁਖ ਰੱਖਦੇ ਹਾਂ ਕਿ ਕਿਵੇਂ ਨਹੀਂ ਜਾਣਿਆ। ਉਦਾਹਰਨ ਦੇ ਤੌਰ 'ਤੇ ਜ਼ਿੰਦਗੀ ਭਰ ਵਿਕਾਰਾਂ ਦੇ ਕਰਮ ਕਰਦਾ ਰਿਹਾ, ਵਿਕਾਰਾਂ ਦਾ ਅੰਦਰੋਂ ਸੁਭਾਅ ਕਿਵੇਂ ਬਣਦਾ ਇਸ ਬਾਰੇ ਕਦੀ ਨਹੀਂ ਜਾਣਿਆ ਕਿ ਵਿਕਾਰ ਸਭ ਤੋਂ ਪਹਿਲਾਂ ਕਿਸ ਨੁਕਤੇ 'ਤੇ ਆਉਂਦਾ ਹੈ, ਫਿਰ ਉਹ ਵਿਕਾਰ
ਸਰੀਰ ਦੇ ਵਿੱਚ ਥਾਂ ਕਿਵੇਂ ਲੈਂਦਾ ਹੈ, ਫਿਰ ਬੁੱਧੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਅਤੇ ਫਿਰ ਜਦੋਂ ਬੁੱਧੀ ਉਹਦੇ ਅਨੁਸਾਰ ਹੋ ਕੇ ਕਰਮ ਕਰ ਦਿੰਦੀ ਹੈ, ਚਿੱਤ ਮਲੀਨ ਹੋ ਜਾਂਦਾ ਅਤੇ ਮਲੀਨ ਹੋਣ ਤੋਂ ਬਾਅਦ ਫਿਰ ਉਸ ਵਿਕਾਰ ਦੀ ਦਲਦਲ ਵਿੱਚ ਬੰਦਾ ਧੱਸਿਆ ਹੀ ਚੱਲਿਆ ਜਾਂਦਾ ਹੈ। ਕਹਿੰਦੇ ਜਿਨ੍ਹਾਂ ਨੇ ਇਸ ਗੱਲ ਨੂੰ ਬਾਹਰਮੁਖੀ ਜੀਵਨ ਜੀਵਿਆ, ਜਿਨ੍ਹਾਂ ਨੇ ਵਿਕਾਰ ਦੇ ਫੁਰਨੇ ਨੂੰ ਅੰਦਰੋਂ ਪਕੜ ਲਿਆ, ਉਹਨਾਂ ਦੇ ਲਈ ਮੁਸ਼ਕਿਲ ਹੋ ਗਈ। ਜਿਹੜੇ ਬਾਹਰ ਜਿਉਂਦੇ ਰਹੇ ਅਤੇ ਉਹਨਾਂ ਨੇ ਇਹਨੂੰ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਸਕੂਨ ਬਣਾ ਲਿਆ। ਇਸ ਕਰਕੇ ਬਾਹਰਮੁਖੀ ਹੋਣਾ ਸੌਖਾ ਹੈ। ਇਸ ਕਰਕੇ ਇਹ ਇੱਕ ਦੁਨੀਆ ਦੇ ਅਧਿਆਤਮਿਕ ਪੁਰਸ਼ਾਂ ਨੇ ਕਿਹਾ ਹੈ ਕਿ ਅਧਿਆਤਮਿਕਤਾ ਬੰਦੇ ਦੇ ਅੰਦਰ ਉਦੋਂ ਵਰਤਦੀ ਹੈ ਜਦੋਂ ਮਨੁੱਖ ਦੀ ਅੱਖਾਂ ਬੰਦ ਹੁੰਦੀਆਂ ਨੇ। ਅੱਖਾਂ ਬੰਦ ਦਾ ਮਤਲਬ ਗੁਰਬਾਣੀ 'ਚ ਵਾਕ ਆਉਂਦਾ, ਮੂੰਹ ਦਲੀਏ ਦਰਵਾਜ਼ੇ। ਬਾਬਾ ਉਹਦਾ ਅੱਖਾਂ ਬੰਦ ਕਰਨ ਦਾ ਅਰਥ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਸਮਝਿਆ ਨਹੀਂ ਕਿ ਸਾਡਾ ਜੀਵਨ ਕਿਸ ਅਰਥ ਲਈ ਪੈਦਾ ਹੋਇਆ ਹੈ। ਜੇ ਅਰਥ ਵੀ ਸਨ ਤਾਂ ਉਹ ਸੰਸਾਰਿਕ ਸੁਭਾਅ ਵਾਲੇ ਸਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਵਿਹਾਏ। ਉਹਨਾਂ ਦੀ ਨੀਂਦ ਆਰਾਮ ਭਰੀ ਹੈ। ਇਹ ਇਹਦਾ ਪਹਿਲਾ ਭਾਵ ਹੋ ਗਿਆ। ਦੂਜਾ ਭਾਵ ਆਪਦੇ ਸਨਮੁਖ ਕਰਜ ਕਰਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਇਸ ਸੰਸਾਰ ਨੂੰ ਕੁਛ ਨਹੀਂ ਸਮਝਿਆ। ਭਾਵ ਕਿ ਜਿਨ੍ਹਾਂ ਨੇ ਜਾਣਿਆ ਕਿ ਸੰਸਾਰ ਅਸਥਿਰ ਹੈ, ਇਹ ਸੰਸਾਰ ਨਾਸ਼ਵਾਨ ਹੈ, ਅਤੇ ਇਸ ਨਾਸ਼ਵਾਨ ਸੰਸਾਰ ਦੇ ਮੋਹ ਵਿੱਚ ਕਹਿੰਦੇ ਜਿਨ੍ਹਾਂ ਨੇ ਨਾ ਪੈਣਾ ਠੀਕ ਸਮਝਿਆ, ਜਿਨ੍ਹਾਂ ਨੇ ਇੱਥੋਂ ਦੀ ਧਨ ਸੰਪਦਾ ਦੀ ਤ੍ਰਿਸ਼ਨਾ ਵਾਲੀ ਸੰਚਣਾ ਨੂੰ ਤੁਛ ਸਮਝਿਆ ਨਾ ਕਿ ਨਹੀਂ ਇਹ ਕਿਸੇ ਕੰਮ ਦੀ ਨਹੀਂ ਹੈ। ਅਧਿਆਤਮਕ ਰਾਸ ਧਰਮ ਦੇ ਸ਼ੁਭ ਗੁਣਾਂ ਦੀ ਕਮਾਈ ਹੀ ਅਸਲ ਹੈ। ਕਹਿੰਦੇ ਜਿਨ੍ਹਾਂ ਨੇ ਸੰਸਾਰ ਨੂੰ ਕੁਝ ਨਹੀਂ ਜਾਣਿਆ। ਕੁਝ ਨਹੀਂ ਜਾਣਿਆ ਦਾ ਭਾਵ ਜਿਨ੍ਹਾਂ ਸਮਝਿਆ ਕਿ ਇੱਥੋਂ ਦੀ ਸੰਸਾਰ ਦੀ ਪ੍ਰਸਿੱਧੀ, ਸੰਸਾਰ ਦਾ ਧਨ, ਸੰਸਾਰ ਦੀ ਪ੍ਰਤਿਭਾ ਸਾਡੇ ਜੀਵਨ ਦੀ ਸਫਲਤਾ ਵਿੱਚ ਕਿਤੇ ਵੀ ਕੰਮ ਨਹੀਂ ਆਉਣ ਵਾਲੀ, ਕੇਵਲ ਬੰਦਗੀ ਦਾ ਕਰਮ ਕੰਮ ਆਉਣ ਵਾਲਾ ਹੈ। ਕਹਿੰਦੇ ਕਿਛੂ ਜਾਣਿਆ ਨਹੀਂ। ਉਹਨਾਂ ਨੇ ਇੱਛਾ ਹੀ ਨਹੀਂ ਕੀਤੀ ਕਿ ਕੀ ਹੈ। ਉਹਨਾਂ ਨੇ ਕਿਸੇ ਤਰ੍ਹਾਂ ਦੀ ਇੱਛਾ ਹੀ ਨਹੀਂ ਕੀਤੀ, ਜਾਣਨ ਦਾ ਯਤਨ ਹੀ ਨਹੀਂ ਕੀਤਾ। ਭਾਵ ਕਿ ਕਰੋੜਪਤੀ ਹੋਣ ਦਾ ਕੀ ਸੁੱਖ ਹੁੰਦਾ, ਉਹਨਾਂ ਦੇ ਅੰਦਰ ਖਿਆਲ ਹੀ ਨਹੀਂ ਆਇਆ। ਜੀਵਨ ਦੇ ਸਾਰੇ ਸਹੂਲਤਾਂ ਨੂੰ ਭਰਪੂਰ ਕਰਕੇ ਮਨ 'ਚ ਕਿਹੜਾ ਆਨੰਦ ਪੈਦਾ ਹੁੰਦਾ ਹੈ, ਕਹਿੰਦੇ ਉਹਨਾਂ ਦੇ ਮਨ ਅੰਦਰ ਖਿਆਲ ਹੀ ਨਹੀਂ ਆਇਆ। ਬੜੇ ਮਨੁੱਖਾਂ ਦੇ ਸਮੂਹ ਨੂੰ ਆਪਣੇ ਮਗਰ ਲਗਾ ਕੇ ਆਪਣੀ ਪ੍ਰਸਿੱਧੀ ਦਾ ਡੰਕਾ ਵਜਾਉਣ ਦਾ ਕੀ ਆਨੰਦ ਹੈ, ਕਹਿੰਦੇ ਇਸ ਗੱਲ ਦਾ ਉਹਨਾਂ ਨੂੰ ਖਿਆਲ ਹੀ ਨਹੀਂ ਆਇਆ, ਕਿਉਂਕਿ ਉਹਨਾਂ ਨੇ ਸੰਸਾਰ ਨੂੰ ਤੁਛ ਜਾਣਿਆ ਹੈ। ਦੋ ਭਾਵ ਇਕੱਠੇ ਸਾਂਝੇ ਕਰ। ਪਹਿਲਾ ਕਿ ਜਿਨ੍ਹਾਂ ਨੇ ਗਿਆਨ ਦੇ ਨੁਕਤੇ ਤੋਂ ਨਹੀਂ ਜਾਣਿਆ। ਦੂਜਾ ਜਿਨ੍ਹਾਂ ਨੇ ਗਿਆਨ ਦੇ ਨੁਕਤੇ ਤੋਂ ਸੰਸਾਰ ਨੂੰ ਕੁਛ ਨਹੀਂ ਸਮਝਿਆ। ਜਿਨ੍ਹਾਂ ਨੇ, ਜਿਵੇਂ ਗੁਰਬਾਣੀ 'ਚ ਵਾਕ ਆਉਂਦਾ, ਦੁਨੀਆ ਕੀਆਂ ਵਡਿਆਈਆਂ ਕਵਨੈ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਧਾਨ। ਜਿਨ੍ਹਾਂ ਨੇ ਇਸ ਸੰਸਾਰ ਨੂੰ ਤੁਛ ਜਾਣਿਆ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਿਨ੍ਹਾਂ ਨੇ ਇਸ ਤਰ੍ਹਾਂ ਸੰਸਾਰ ਨੂੰ ਕੁਝ ਨਹੀਂ ਜਾਣਿਆ, ਕਹਿੰਦੇ ਉਹ ਵੀ ਬੜੇ ਆਰਾਮ ਨਾਲ ਸੁੱਤੇ ਰਹੇ, ਕਿਉਂਕਿ ਸੰਸਾਰ ਨੇ ਪ੍ਰਭਾਵਿਤ ਨਹੀਂ ਕੀਤਾ ਉਹਨਾਂ ਨੂੰ। ਉਹ ਬੜੇ ਆਰਾਮ ਦੇ ਵਿੱਚ ਰਹੇ। ਸੰਸਾਰ ਨੇ ਇੱਕ ਦੌੜ ਸ਼ੁਰੂ ਕੀਤੀ ਹੋਈ, ਪਰ ਉਹਨਾਂ ਨੇ ਇਸ ਦੌੜ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਏ। ਉਹਨਾਂ ਨੇ ਆਪਣੇ ਜੀਵਨ ਦਾ ਇੱਕ ਵੱਖਰਾ ਪੱਧਰ ਕਾਇਮ ਕੀਤਾ। ਸੰਸਾਰ ਨੇ ਬਹੁਤ ਸਾਰਾ ਧਨ ਜੋੜ ਕੇ ਆਪਣੇ ਆਪ ਨੂੰ ਅਮੀਰ ਕਹਿਣਾ ਚਾਹਿਆ ਜਾਂ ਆਪਣੀ ਅਮੀਰੀ ਦਾ ਦਾਅਵਾ ਰੱਖਣਾ ਚਾਹਿਆ। ਇੱਕ ਭਗਤ ਨੇ ਬਿਲਕੁਲ ਉਹਦੇ ਤਰਫ ਉਲਟੀ ਦੌੜ ਲਗਾ ਕੇ ਸਭ ਕੁਝ ਛੱਡ ਕੇ ਆਪਣੀ ਅਮੀਰੀ ਦਾ ਦਾਅਵਾ ਕੀਤਾ, ਅਤੇ ਉਹਦੀ ਅਮੀਰੀ ਦੂਜਿਆਂ ਦੇ ਲਈ ਜ਼ਿਆਦਾ ਅਰਥਪੂਰਨ ਬਣੀ। ਕਿਉਂਕਿ ਉਹਦੀ ਜਿਹੜੀ ਉਹਦਾ ਸਬਰ ਸ਼ੁਕਰ ਸੀ, ਉਹਦੇ ਕੋਲ ਜੋ ਕੁਝ ਵੀ ਸੀ, ਉਹਦੀ ਅਧਿਆਤਮਕ ਅਮੀਰੀ ਦੇ ਵਿੱਚ ਸਾਰਾ ਕੁਝ ਉਹਦਾ ਪਰਉਪਕਾਰ ਵਿੱਚ ਪਲਟ ਗਿਆ, ਅਤੇ ਉਹਦੀ ਅਮੀਰੀ ਦੁਨੀਆ ਲਈ ਲਾਹੇਵੰਦ ਬਣੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ। ਜਿਹੜੇ ਗਿਆਨ ਪੁਰਸ਼ਾਂ ਨੇ ਜਗਤ ਨੂੰ ਕੁਝ ਨਹੀਂ ਸਮਝਿਆ। ਜਗਤ ਨੂੰ ਕੁਝ ਨਹੀਂ ਸਮਝਣ ਦਾ ਮਤਲਬ ਜਿਹੜਾ ਸੰਸਾਰ ਦਾ ਮੂਲ ਸੁਭਾਅ ਹੈ, ਜਿਨ੍ਹਾਂ ਨੇ ਇਹਨੂੰ ਕੁਝ ਨਹੀਂ ਜਾਣਿਆ, ਉਹਨਾਂ ਨੂੰ ਪਤਾ ਹੈ ਵਿਅਰਥ ਹੈ। ਇਸ ਕਰਕੇ ਗੁਰਬਾਣੀ 'ਚ ਵਾਕ ਆਉਂਦਾ, ਭਗਤਾ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਉਹਦਾ ਭਾਵ ਵੀ ਇਹੀ ਹੈ। ਭਾਵ ਇਹੀ ਹੈ ਕਿ ਹੁਣ ਅਸੀਂ ਪਹਿਲਾਂ ਵੀ ਪਿਛਲੇ ਸ਼ਲੋਕਾਂ 'ਚ ਵੀ ਵਿਚਾਰ ਕਰਕੇ ਆਏ ਹਾਂ ਕਿ ਮਨੁੱਖ ਬਹੁਤੀ ਵਾਰੀ ਪਰਤੰਤਰ ਹੋ ਕੇ ਸੋਚਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਇੱਕ ਸ਼ਬਦ ਦੀ ਵਿਚਾਰ ਆਪਦੇ ਸਨਮੁਖ ਰੱਖਾਂ ਕਿ ਅਸੀਂ ਇਹਨੂੰ ਕਿਵੇਂ, ਸੰਸਾਰ ਅਤੇ ਅਧਿਆਤਮ ਦਾ ਉਲਟ ਫੇਰ ਸਾਡੇ ਅੰਦਰ ਕਿਵੇਂ ਚੱਲਦਾ ਹੈ। ਇੱਜ਼ਤ ਸ਼ਬਦ ਹੈ ਨਾ, ਸਾਨੂੰ ਸਾਰਿਆਂ ਨੂੰ ਪਤਾ ਇੱਜ਼ਤ ਸ਼ਬਦ।
ਅਸੀਂ ਕਹਿੰਦੇ ਹਾਂ ਜੀ ਮੈਨੂੰ ਕੋਈ ਸਤਿ ਸ੍ਰੀ ਅਕਾਲ ਬੁਲਾਵੇ, ਮੇਰਾ ਸਨਮਾਨ ਕਰੇ, ਕੋਈ ਮੰਦਾ ਭਲਾ ਨਾ ਕਹੇ, ਪਿੱਠ ਪਿੱਛੇ ਵੀ ਮੇਰੇ ਅਦਬ ਵਿੱਚ ਰਹੇ, ਇਸ ਤਰ੍ਹਾਂ ਦਾ ਕਰਮ ਕਰਨਾ ਸਾਰਾ ਇੱਜ਼ਤ ਹੈ। ਅਤੇ ਜੇ ਕੋਈ ਕਿਸੇ ਤਰ੍ਹਾਂ ਦਾ ਅਪਹਰਣ ਹੋ ਜਾਏ, ਕੋਈ ਕਿਸੇ ਤਰ੍ਹਾਂ ਦੀ ਵਾਧ ਘਾਟ ਹੋ ਜਾਏ ਤਾਂ ਅਸੀਂ ਕਹਿੰਦੇ ਇੱਜ਼ਤ ਦਾ ਹਨਨ ਹੋ ਗਿਆ। ਜਾਂ ਬੱਚਾ ਕੋਈ ਕੋਈ ਅਯੋਗ ਕੰਮ ਕਰਦਾ ਹੈ ਤਾਂ ਅਸੀਂ ਕਹਿੰਦੇ ਇੱਜ਼ਤ ਜਾਂਦੀ ਰਹੀ। ਅਸੀਂ ਇਹਦੇ ਇਹ ਅਰਥ ਵਰਤਦੇ ਹਾਂ ਅਤੇ ਇਹ ਅਸੀਂ ਹਿਊਮਨ ਈਗੋ ਦੇ ਸੋਸ਼ੋਲੋਜੀਕਲ ਪੋਜੀਸ਼ਨ ਵਾਲੇ ਅਰਥ ਬਣਾਏ ਨੇ। ਅਧਿਆਤਮ ਦੇ ਅਰਥ ਸਾਡੇ ਕੋਲ ਕਿੱਥੇ ਨੇ? ਇਹ ਤਾਂ ਸਾਡੀ ਸੋਸ਼ੋਲੋਜੀਕਲ ਪੋਜੀਸ਼ਨ ਹੈ ਨਾ। ਜਿਵੇਂ ਵੈਸਟ ਦੇ ਵਿੱਚ ਉਹ ਬੱਚਾ ਕੁਝ ਵੀ ਕਰ ਲੇ, ਮਾਂ ਪਿਓ ਨੂੰ ਬਹੁਤਾ ਵਾਸਤਾ ਨਹੀਂ ਹੁੰਦਾ, ਕਿਉਂਕਿ ਉੱਧਰ ਦੀ ਸੋਸ਼ਲ ਪੋਜੀਸ਼ਨ ਜਿਹੜੀ ਸਾਈਕੀ ਆ ਥੋੜ੍ਹੀ ਹੋਰ ਤਰ੍ਹਾਂ ਦੀ ਹੋ ਗਈ, ਵਾਈਡ ਹੋ ਗਈ ਹੈ। ਸਾਡੀ ਅਜੇ ਕਲੋਜ਼ ਹੈ ਅਤੇ ਅਸੀਂ ਉਹਦੇ ਵਿੱਚ ਕਹਿੰਦੇ ਹਾਂ ਨਹੀਂ ਜੀ ਇਹਨੇ ਇੱਜ਼ਤ ਤਾਰ ਕਰ ਦਿੱਤੀ। ਚਲੋ ਇਹ ਇੱਕ ਨੈਤਿਕਤਾ ਦੇ ਨੁਕਤੇ ਤੋਂ ਠੀਕ ਵੀ ਹੋ ਸਕਦਾ, ਮੈਂ ਇਹਦੀ ਨਿਸ਼ੇਧ ਨਹੀਂ ਕਰਦਾ। ਮੈਂ ਤਾਂ ਇਹਦੀ ਅਗਲੀ ਵਿਚਾਰ ਆਪਦੇ ਸਨਮੁਖ ਰੱਖਣੀ ਚਾਹੁੰਦਾ ਕਿ ਅਸੀਂ ਇਹਨੂੰ ਇਸ ਅਰਥਾਂ ਵਿੱਚ ਲੈਂਦੇ ਹਾਂ ਅਤੇ ਅਸੀਂ ਸਾਰੀ ਜ਼ਿੰਦਗੀ ਇਹ ਯਤਨ ਵੀ ਕਰਦੇ ਹਾਂ ਕਿ ਸਾਡੀ ਇੱਜ਼ਤ ਨਾ ਭੰਗ ਹੋਵੇ। ਪਰ ਇਸ ਇੱਜ਼ਤ ਨੂੰ ਅਧਿਆਤਮਿਕ ਅਰਥਾਂ ਦੇ ਵਿੱਚ ਕੌਣ ਲੈਂਦਾ ਹੈ? ਕੋਈ ਲੈਂਦਾ ਅਧਿਆਤਮਿਕ ਅਰਥਾਂ ਦੇ ਵਿੱਚ? ਗੁਰਬਾਣੀ ਵਿੱਚ ਆਉਂਦਾ, ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹਿ। ਜਾਂ ਭਾਈ ਰੇ ਰਾਮ ਕਉ ਚਿਤ ਲਾਏ, ਹਰ ਜਸ ਵਕਰ ਲੈ ਚਲੋ ਸਹੁ ਦੇਖੈ ਪਤੀ ਆਏ। ਵੀ ਆਪਣੀ ਪੱਤ ਸੇਤੀ ਜਿਹੜਾ ਜੀਵਨ ਹੈ, ਜਿਹੜੀ ਆਪਣੀ ਤੇਰੀ ਮਾਲਕ ਨੇ ਤੈਨੂੰ ਸ਼ੁੱਧ ਜੀਵਨ ਵਾਲੀ ਇੱਜ਼ਤ ਦਿੱਤੀ ਹੈ ਕਿ ਤੇਰੇ ਹਿਰਦੇ 'ਤੇ ਵਿਕਾਰਾਂ ਦਾ ਕੋਈ ਦਾਗ ਨਹੀਂ ਹੈ, ਤੇਰੇ ਮਨ ਵਿੱਚ ਕਿਸੇ ਤਰ੍ਹਾਂ ਦੀ ਆਸ਼ਾ ਤ੍ਰਿਸ਼ਨਾ ਮਨਸ਼ਾ ਵਾਸ਼ਨਾ ਦਾ ਕੋਈ ਇੱਕ ਅੰਸ਼ ਵੀ ਨਹੀਂ ਹੈ। ਤੈਨੂੰ ਐਡਾ ਵੱਡਾ ਇੱਜ਼ਤਮਾਨ ਬਣਾ ਕੇ ਭੇਜਿਆ, ਇੱਥੇ ਤੂੰ ਵਿਕਾਰਾਂ ਦੇ ਅਧੀਨ ਹੋ ਕੇ ਦਿਨ ਬਾ ਦਿਨ ਵਿਕਾਰਾਂ ਦੇ ਹੱਥੋਂ ਆਪਣੇ ਅੰਦਰ ਦੀ ਪਵਿੱਤਰਤਾ ਨੂੰ ਤਾਰ ਕਰਵਾਉਣਾ ਹੈ। ਇਸ ਗੱਲ ਨੂੰ ਕੌਣ ਵਾਚਦਾ ਹੈ? ਗੁਰਬਾਣੀ ਜਿਸ ਕਰਕੇ ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਰੋਜ਼ ਜਾਣ ਲਿਆ ਉਹ ਵਿਚਾਰੇ ਰੋਜ਼ ਅੰਦਰੋਂ ਅੰਦਰ ਡਰਦੇ ਰਹਿੰਦੇ ਨੇ। ਉਹ ਫਿਰ ਉਹਨਾਂ ਦੀ ਜੀਵਨ ਦੀ ਤਰਜ ਹੀ ਹੋਰ ਹੋ ਜਾਂਦੀ ਹੈ, ਗੱਲਬਾਤ ਕਰਨੀ, ਵਿਚਰਨਾ ਸਭ ਕੁਝ ਘੱਟ ਜਾਂਦਾ ਹੈ, ਕਿਉਂਕਿ ਉਹ ਜਾਣ ਰਹੇ ਨੇ ਕਿ ਵਾਰੀ ਇੱਜ਼ਤਾਂ ਚਲੋ ਠੀਕ ਹੈ, ਉਹਨੂੰ ਕਿਸੇ ਡਰ ਦੇ ਨਾਲ ਬੈਲੈਂਸ ਕਰ ਲਾਂਗੇ। ਹੁਣ ਅੰਦਰ ਕਿਹੜਾ ਡਰ ਪਾਈਏ ਜਿਹਦੇ ਨਾਲ ਅੰਦਰ ਦੀ ਜਿਹੜੀ ਪੱਤ ਹੈ, ਭਾਵ ਕਿ ਸਾਡੇ ਜੀਵਨ ਦੀ ਜਿਹੜੀ ਸ਼ੁੱਧਤਾ ਪਵਿੱਤਰਤਾ ਮਾਲਕ ਵੱਲੋਂ ਆਰੰਭ 'ਚ ਪੈਦਾ ਹੋਈ ਹੈ। ਦੇਖੋ ਕਿੱਡਾ ਮੈਨੂੰ ਮੈਂ ਕੁਝ ਦਿਨ ਪਹਿਲਾਂ ਕਿਸੇ ਬੱਚਿਆਂ ਦੇ ਸੰਬੰਧ 'ਚ ਪੜ੍ਹ ਰਿਹਾ ਸੀ ਤਾਂ ਇੱਕ ਮੈਨੂੰ ਕੋਈ ਇੰਗਲੈਂਡ ਦੀ ਇੱਕ ਆਥਰ ਹੈ, ਉਹਨੇ ਬਹੁਤ ਸਮਾਂ ਜਿਹੜੀ ਹੈ ਉਹ ਕਿਸੇ ਯਤੀਮਖਾਨੇ ਦੇ ਵਿੱਚ ਉੱਥੋਂ ਦੀ ਟੀਚਰ ਰਹੀ। ਉਹਨੇ ਆਪਣੇ ਅਨੁਭਵ ਲਿਖੇ, ਉਹਨੇ 2-3 ਵਾਕਾਂ 'ਚ ਹੀ ਆਪਣਾ ਸਾਰਾ ਅਨੁਭਵ ਲਿਖਿਆ ਹੋਇਆ। ਕਹਿਣ ਲੱਗੇ, ਉਹਨੂੰ ਕਿਸੇ ਨੇ ਪੁੱਛਿਆ ਕਿ ਅਧਿਆਤਮਿਕਤਾ ਦਾ ਸਿਖਰ ਕੀ ਹੁੰਦਾ? ਉਹਨੇ ਕਿਹਾ, ਕਹਿੰਦੇ ਕਿ ਤੁਸੀਂ ਦੇਖੋ, ਜਦ ਅਸੀਂ ਪੈਦਾ ਹੁੰਦੇ ਹਾਂ ਤਾਂ ਸਾਨੂੰ ਦੇਖਣ ਵਾਲਾ ਉਹਨੂੰ ਵੀ ਪਤਾ ਹੈ ਕਿ ਮਨੁੱਖ ਹੈ, ਦੇਖਣ ਵਾਲੇ ਨੂੰ ਵੀ ਪਤਾ ਹੈ ਕਿ ਮਨੁੱਖ ਹੈ, ਇਹ ਇਨਸਾਨ ਹੈ, ਇਹ ਮਨੁੱਖੀ ਸਰੀਰ ਹੈ। ਪਰ ਕਹਿੰਦੇ ਉਹ ਸਾਡੇ ਜੀਵਨ ਨੂੰ ਜਦੋਂ ਦੇਖਦਾ ਹੈ ਤਾਂ ਉਹ ਇੱਕ ਵਾਕ ਕਹਿੰਦਾ ਹੈ ਕਿ ਇਹ ਰੱਬ ਦਾ ਨੂਰ ਹੈ ਜਾਂ ਇਹ ਰੱਬ ਦਾ ਰੂਪ ਹੈ। ਕਹਿੰਦੇ ਇਹ ਗੱਲ ਸਾਨੂੰ ਜਵਾਨੀ ਬੁਢਾਪੇ 'ਚ ਕੋਈ ਨਹੀਂ ਕਹਿੰਦਾ, ਕੇਵਲ ਬਚਪਨ 'ਚ ਵੀ ਉਦੋਂ ਜਦੋਂ ਅਸੀਂ ਨਵੇਂ ਜਨਮੇ ਹੁੰਦੇ, ਉਸ ਤੋਂ ਬਾਅਦ ਵੀ ਨਹੀਂ ਕਹਿੰਦੇ। 4-5 ਸਾਲ ਤੋਂ ਬਾਅਦ, 5-7 ਸਾਲ ਤੋਂ ਬਾਅਦ ਦੇ ਬੱਚੇ ਨੂੰ ਕੋਈ ਰੱਬ ਦਾ ਰੂਪ ਨਹੀਂ ਕਹਿੰਦਾ। ਕਹਿੰਦੀ ਇਸ ਗੱਲ ਕਹਿਣ ਦਾ ਮਤਲਬ ਕੀ ਹੈ ਕਿ ਸਾਨੂੰ ਮਾਲਕ ਨੇ ਜਿੰਨੀ ਪਵਿੱਤਰਤਾ ਦੇ ਨਾਲ ਧਰਤੀ 'ਤੇ ਭੇਜਿਆ, ਉਸ ਪਵਿੱਤਰਤਾ ਦੇ ਵਿੱਚੋਂ ਝਲਕ ਪੈਂਦੀ ਹੈ ਕਿ ਅਸੀਂ ਵਾਕਿਆ ਹੀ ਮਾਲਕ ਦੀ ਸੰਤਾਨ ਹਾਂ ਅਤੇ ਇੱਕੋ ਨੂਰ ਦੀ ਪੈਦਾਇਸ਼ ਹਾਂ। ਪਰ ਕਹਿੰਦੇ ਕਿ ਸਾਨੂੰ ਉਹ ਨੂਰ ਕਾਇਮ ਨਹੀਂ ਰੱਖਣਾ ਆਉਂਦਾ ਅਤੇ ਅਸੀਂ ਆਪਣੇ ਅਕਲ ਦੇ, ਆਪਣੀ ਹਉਮੈ ਦੇ ਜਿਹੜੇ ਸਿਲਸਿਲਿਆਂ 'ਚ ਪੈ ਕੇ ਆਪਣੇ ਅੰਦਰ ਦੀ ਪਿਓਰਿਟੀ ਨੂੰ ਖਤਮ ਕਰ ਲੈਂਦੇ ਹਾਂ ਅਤੇ ਸਾਡਾ ਜੀਵਨ ਇਹਦੇ ਵਿੱਚ ਹੀ ਗਰਕ ਹੋ ਜਾਂਦਾ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੇ ਪੱਤ, ਇੱਕ ਸ਼ਬਦ ਹੀ ਵਿਚਾਰ ਆ ਕਿ ਪੱਤ ਦੀ ਬੜੀ ਇੱਜ਼ਤ ਬੜਾ ਕਰਦੇ ਆ। ਜਿਵੇਂ ਚਿੱਟੇ ਵਸਤਰ ਧਾਰਨ ਕੀਤੇ ਹੋਵੇ ਤਾਂ ਬੰਦਾ ਸੰਭਾਲ ਕੇ ਚੱਲਦਾ ਹੈ। ਉਹ ਬਹਿਣ ਲੱਗਿਆਂ ਕੁਰਸੀ ਸਾਫ਼ ਕਰਦਾ ਹੈ, ਉਹ ਚੱਲਣ ਲੱਗਿਆਂ ਵੀ ਦੇਖਦਾ ਉੱਧਰ ਧੂੜ ਮਿੱਟੀ ਨਾ ਉੱਡ ਰਹੀ ਹੋਵੇ। ਆਪਣਾ ਪੈਨ ਪਾਇਆ ਬਾਰ-ਬਾਰ ਉਹੀ ਕੱਢ ਕੇ ਦੇਖੀ ਜਾਂਦਾ ਕਿਤੇ ਇਹ ਨਾ ਲੀਕ ਹੋ ਜਾਏ। ਅਤੇ ਜਿਹੜਾ ਸਾਨੂੰ ਮਾਲਕ ਨੇ ਅਧਿਆਤਮ, ਸਾਡੇ ਅੰਦਰ ਇੱਕ ਆਤਮਾ ਦਾ ਪਵਿੱਤਰ ਚੋਲਾ ਪਹਿਨਾਇਆ ਹੈ, ਉਹਨੂੰ ਅਸੀਂ ਮਨ ਦੀ ਗਿਰਾਵਟ, ਬੁੱਧੀ ਦੀ ਗਿਰਾਵਟ 'ਤੇ ਆ ਕੇ ਕਿਵੇਂ ਮੈਲਾ ਕਰਦੇ ਹਾਂ, ਇਸ ਗੱਲ ਨੂੰ ਕੌਣ ਜਾਣਦਾ ਹੈ? ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਕੁਝ ਨਹੀਂ ਜਾਣਿਆ ਬੜੇ ਸੁਖੀ ਨੇ। ਭਾਵੇਂ ਚਿੱਤ ਦਾਗਦਾਰ ਹੋ ਗਿਆ, ਕੋਈ ਫਿਕਰ ਹੀ ਨਹੀਂ। ਅਤੇ ਮੈਂ ਆਪ ਦੀ ਸਨਮੁਖ ਅੱਗੇ ਵੀ ਅਨੁਭਵ ਕਈ ਵਾਰੀ ਰੱਖਿਆ ਕਿ ਇੱਕ ਦਫਾ ਖਿਆਲ ਆਇਆ ਲਗਜਾਲੀ ਸਾਹਿਬ ਨੂੰ ਕਿ ਲੋਭ ਉਹਨਾਂ ਦੇ ਅੰਦਰ, ਖਿਆਲ ਆਇਆ
ਤੇ ਕਈ ਦਿਨ ਉਹ ਪਛੇਮਾਨ ਰਹੇ। ਤਾਂ ਉਹਨਾਂ ਨੇ ਕਿਹਾ, ਕਹਿਣ ਲੱਗੇ ਕਿ ਇਹੀ ਹਿਰਦਾ ਮੈਂ ਮਾਲਕ ਦੀ ਇਹਦੇ 'ਤੇ ਹੀ ਬੰਦਗੀ ਦਾ ਨਿਵਾਸ ਕਰਨਾ ਹੁੰਦਾ ਹੈ। ਭਾਵ ਕਿ ਇਸੇ ਹਿਰਦੇ ਵਿੱਚੋਂ ਹੀ ਮਾਲਕ ਦੀ ਬੰਦਗੀ ਕਰਨੀ ਹੁੰਦੀ ਹੈ। ਇਸੇ ਹਿਰਦੇ ਦੇ ਥੜੇ 'ਤੇ ਅੱਜ ਲੋਭ ਨੇ ਆ ਕੇ ਆਪਣਾ ਕੂੜਾ ਕਰਕਟ ਖਿਲਾਰਨਾ ਚਾਹਿਆ। ਮੈਨੂੰ ਇਸ ਗੱਲ ਦੀ ਚਿੰਤਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨਹੂ ਕਿਛੂ ਜਾਣਿਆ ਨਹੀਂ ਤਿਨ ਸੁਖ ਨੀਂਦ ਵਿਹਾਏ। ਉਹ ਬੜੇ ਆਰਾਮ ਵਿੱਚ ਬੈਠੇ ਨੇ। ਇਸ ਕਰਕੇ ਹੁਣ ਸਿਲਸਿਲਾ ਕੀ ਹੈ ਕਿ ਮਨੁੱਖ ਜਾਣਨ ਦੀ ਜਗਿਆਸਾ ਵੀ ਅੱਜ ਬੜੀ ਘੱਟ ਹੈ। ਮਨੁੱਖ ਚੀਜ਼ਾਂ ਨੂੰ ਦੇਖਦਾ ਹੈ, ਉਹਨਾਂ ਦੇ ਭਾਵ ਨਹੀਂ ਬੁੱਝਦਾ। ਇਸ ਕਰਕੇ ਮੈਂ ਇੱਕ ਨੁਕਤਾ ਹੋਰ ਆਪਦੇ ਸਨਮੁਖ ਰੱਖ ਦਿਆਂ ਕਿ ਜਿਨਹੂ ਕਿਛੂ ਜਾਣਿਆ ਨਹੀਂ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਸਾਰੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਆਪਣੇ ਦਿਮਾਗ ਦੇ ਹਿੱਸੇ ਵਿੱਚੋਂ ਧਾਰਮਿਕ ਸਮਝਦੇ ਹੋਵਾਂਗੇ ਕਿ ਅਸੀਂ ਜੇ ਰੋਜ਼ਾਨਾ ਸਾਧ ਸੰਗਤ 'ਚ ਜਾਂਦੇ ਹਾਂ, ਕਥਾ ਸੁਣਦੇ, ਅਸੀਂ ਧਾਰਮਿਕ ਹਾਂ। ਇਹ ਸ਼ਬਦ ਸਾਨੂੰ ਲੋਕ ਵੀ ਕਹਿੰਦੇ ਹੋਣਗੇ, ਥੋੜ੍ਹਾ ਬਹੁਤਾ ਅਸੀਂ ਆਪ ਵੀ ਸਮਝਦੇ ਹੋਵਾਂਗੇ ਕਿ ਅਸੀਂ ਧਾਰਮਿਕ ਹਾਂ। ਪਰ ਕਦੀ ਅਸੀਂ ਜਿਨਹੂ ਕਿਛੂ ਜਾਣਿਆ ਨਹੀਂ ਦੇ ਅੰਤਰਗਤ ਬੁੱਝਣ ਦਾ ਭਾਵ ਕੀਤਾ ਕਿ ਧਾਰਮਿਕ ਹੋਣ ਦੇ ਅਰਥ ਕੀ ਹਨ। ਧਾਰਮਿਕ ਹੋਣ ਦੇ ਅਰਥ ਹਨ ਕਿ ਸਾਡਾ ਪੂਰਾ ਦਾ ਪੂਰਾ ਜੀਵਨ ਦਇਆ ਦੇ ਵਿੱਚ ਪਲਟ ਜਾਣਾ। ਅਤੇ ਸਾਡੀ ਦਇਆ ਇੰਨੀ ਹੈ ਕਿ ਕਿਸੇ ਦੀ ਸਿਸਕੀ ਹੌਕਾ ਵੀ ਸਾਨੂੰ ਨਹੀਂ ਰੋਕਦਾ, ਕਿਸੇ ਦੀ ਚੀਕ ਵੀ ਇਗਨੋਰ ਹੋ ਜਾਂਦੀ ਹੈ। ਇਹ ਸਾਡੀ ਦਇਆ ਦਾ ਸਰੂਪ। ਖਿਮਾ ਦਾ ਗੁਣ ਹੈ। ਖਿਮਾ ਦੇ ਤਹਿਤ ਮਨੁੱਖ ਦੇ ਨਾਲ ਬਹੁਤ ਵਾਧ ਘਾਟ ਹੋ ਜਾਂਦੀ ਹੈ। ਪਰ ਕਿੰਨਿਆਂ ਕੁ ਨੂੰ ਖਿਮਾ ਕਰਨ ਦਾ ਸਾਡਾ ਸੁਭਾਅ ਹੈ? ਨਹੀਂ ਹੈ। ਸਹਿਣਸ਼ੀਲਤਾ ਦਾ ਭਾਵ ਕੀ ਹੈ? ਇਹ ਵੀ ਨਹੀਂ ਹੈ। ਅੱਗੇ ਜਾ ਕੇ ਜਿਹੜੇ ਧਰਮ ਦਾ ਇੱਕ ਵਿਸ਼ੇਸ਼ ਗੁਣ ਹੈ, ਇੰਦਰੀ ਨਿਗ੍ਰਹ। ਉਹਦਾ ਭਾਵ ਕੀ ਹੈ ਕਿ ਜਿਹੜੀ ਅਸੀਂ ਆਪਣੇ ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਇਹਨਾਂ ਨੂੰ ਵਿਕਾਰਾਂ ਦੀ ਭਟਕਣ ਵੱਲੋਂ ਬਾਰ-ਬਾਰ ਰੋਕ ਕੇ ਰੱਖਣਾ, ਧਰਮ ਦੇ ਇਸ ਗੁਣ ਨੂੰ ਕੌਣ ਧਾਰਨ ਕਰਦਾ ਹੈ? ਇੰਨੇ ਗੁਣ ਨਾ ਧਾਰਨ ਅਸੀਂ ਕਰਦੇ ਨਹੀਂ, ਵਿਚਾਰ ਹੀ ਨਹੀਂ ਕਰਦੇ ਕਿ ਧਰਮ ਅਤੇ ਧਾਰਮਿਕ ਹੋਣਾ ਕੀ ਹੁੰਦਾ ਹੈ। ਅਸੀਂ ਉਹਦੇ ਕਿਉਂਕਿ ਜਾਣਨ ਦੀ ਜਿਗਿਆਸਾ ਹੀ ਨਹੀਂ ਹੈ। ਇੱਕ ਦਫਾ ਅੰਮ੍ਰਿਤਸਰ ਦੇ ਵਿੱਚ ਮੇਰੇ ਨਾਲ ਇਹ ਨਿੱਜ ਵਾਕਿਆ, ਤਾਂ ਉਹਦੇ ਵਿੱਚ ਉਸ ਬੰਦੇ ਨੇ ਬਹੁਤ ਕਮਾਲ ਦੀ ਗੱਲ ਕਹੀ। ਉਹ ਸਨਾਤਨ ਮੱਤ ਦੇ ਨਾਲ ਸੰਬੰਧ ਰੱਖਦਾ ਸੀ। ਕਹਿੰਦਾ ਜੀ, ਮੈਂ ਕੁਝ ਦਿਨ ਉਹਨੇ ਬਿਰਤਾਂਤ ਸੁਣਿਆ ਕਥਾ ਦਾ, ਉਹਨੇ ਆਪਣਾ ਅਨੁਭਵ, ਮੈਂ ਕਿਹਾ ਸੀ ਕਿ ਮੈਂ ਜਾਣਾ ਹੈ ਤਾਂ ਤੁਸੀਂ ਆਪੋ ਆਪਣੇ ਖਿਆਲ ਸਾਂਝੇ ਕਰ ਲੈਣੇ, ਫਿਰ ਅਸੀਂ ਕਿਤੇ ਸਮਾਂ ਮਿਲਿਆ ਠੀਕ ਵਿਚਾਰ ਕਰ ਲਵਾਂਗੇ। ਉਸਨੇ ਆਪਣਾ ਅਨੁਭਵ ਸਾਂਝਾ ਕੀਤਾ। ਉਹਨੇ ਇਹ ਗੱਲ ਕਹੀ, ਕਹਿੰਦਾ ਮੇਰੇ ਜਾਚੇ ਜਿੰਨਾ ਚਿਰ ਮਨੁੱਖ ਸੁਣ ਕੇ ਉਹਨੂੰ ਜਾਣਨ ਦੀ, ਬੁੱਝਣ ਦੀ ਆਪਣੇ ਅੰਦਰ ਲਾਲਸਾ ਜਾਂ ਇੱਛਾ ਜਾਂ ਸੁਭਾਅ ਨਹੀਂ ਬਣਾਉਂਦਾ, ਉਹ ਧਰਮ ਦੇ ਠੀਕ ਅਨੁਭਵ ਤੋਂ ਜਾਣੂ ਨਹੀਂ ਹੋ ਸਕੇਗਾ। ਉਹ ਬਿਰਤਾਂਤ ਯਾਦ ਜ਼ਰੂਰ ਰੱਖ ਲਏਗਾ, ਪਰ ਉਸ ਬਿਰਤਾਂਤ ਨੂੰ ਆਪਣੇ ਜੀਵਨ 'ਚ ਕਿਵੇਂ ਪਾਉਣਾ ਹੈ, ਇਹ ਭੇਦ ਉਹਨੂੰ ਨਹੀਂ ਪਤਾ ਲੱਗੇਗਾ। ਕਿਉਂਕਿ ਜਿੰਨੇ ਕਥਨੀ ਕੀਤੀ ਹੈ ਉਹਨੇ ਵੀ ਤਾਂ ਕੋਈ ਕਮਾਈ ਕੀਤੀ, ਉਹ ਤਾਂ ਤੁਹਾਨੂੰ ਆਪਣਾ ਅਨੁਭਵ ਦੱਸ ਦੇਗਾ ਸੇਵਾ ਦੇ ਨੁਕਤੇ ਤੋਂ। ਪਰ ਉਸ ਅਨੁਭਵ ਨੂੰ, ਕਿਉਂਕਿ ਸਾਡੇ ਜੀਵਨ ਦੀ ਤਰਜ਼ ਕੁਝ ਹੋਰ ਹੈ, ਉਹਦੇ ਜੀਵਨ ਦੀ ਤਰਜ਼ ਕੁਝ ਹੋਰ ਹੈ, ਉਹਨੇ ਅਧਿਆਤਮ ਨੂੰ ਕਿਸੇ ਹੋਰ ਢੰਗ ਨਾਲ ਕਮਾਇਆ। ਜਿਵੇਂ ਨਿੱਜ ਦੀ ਗੱਲ ਹੈ ਤਾਂ ਮੇਰੀ ਕੋਈ ਮਾਇਆ ਦੇ ਆਸਪੈਕਟ ਵਾਲੀ ਕੋਈ ਬਹੁਤੀ ਵੱਡੀ ਗੱਲ ਹੈ ਹੀ ਨਹੀਂ, ਨਾ ਨੌਕਰੀ ਵਾਲੀ ਹੈ ਉਹ, ਨਾ ਕੋਈ ਸੰਸਾਰਕ ਪ੍ਰਸਿੱਧੀ ਵਾਲੀ ਹੈ। ਉਹ ਕੇਵਲ ਇੱਕ ਸ਼ਬਦ ਨੂੰ, ਇੱਕ ਹੀ ਨੁਕਤਾ ਹੈ ਮੇਰੀ ਜ਼ਿੰਦਗੀ 'ਚ, ਬਹੁਤੇ ਤਾਂ ਹੈ ਹੀ ਨਹੀਂ। ਹੁਣ ਤੁਹਾਡੇ ਨੁਕਤੇ ਹੋਰ ਤਰ੍ਹਾਂ ਦੇ ਨੇ, ਉਮਰ ਦਾ ਫਰਕ ਹੈ, ਕਿੱਤੇ ਦਾ ਫਰਕ ਹੈ, ਸੁਭਾਅ ਦਾ ਫਰਕ ਹੈ, ਜਿਸ ਸੁਸਾਇਟੀ ਵਿੱਚ ਰਹੇ ਉਹਦਾ ਫਰਕ ਹੈ, ਪਰਿਵਾਰ ਦਾ ਫਰਕ ਹੈ। ਇਸ ਕਰਕੇ ਮੇਰਾ ਕਮਾਇਆ ਹੋਇਆ ਅਧਿਆਤਮਿਕ ਅਨੁਭਵ ਜਾਂ ਗੁਰਬਾਣੀ ਵਿੱਚ ਜਿਹੜਾ ਭਗਤ ਸਾਹਿਬਾਨਾਂ ਦਾ ਉੱਚ ਅਨੁਭਵ ਹੈ, ਉਹ ਕਿਸ ਤਰੀਕੇ ਨਾਲ ਸਾਡੇ ਜੀਵਨ 'ਚ ਪਲਟ ਜਾਏ, ਇਹਨੂੰ ਕੌਣ ਬੁੱਝਣ ਦਾ ਯਤਨ ਕਰਦਾ ਹੈ? ਕਿ ਉਹ ਕਹੇਗਾ ਜੀ ਤੁਹਾਡੇ ਜੀਵਨ ਦੀ ਤਰਜ਼ ਤਾਂ ਚਲੋ ਮੰਨਿਆ ਸ਼ੁਰੂ ਤੋਂ ਅਧਿਆਤਮ ਵਾਲੀ ਰਹੀ, ਮੇਰਾ ਅਧਿਆਤਮ ਦਾ ਸਿਲਸਿਲਾ ਹੁਣ ਜਾ ਕੇ ਆਰੰਭ ਹੋਇਆ, ਅਤੇ ਮੈਂ ਤੁਹਾਡੇ ਅਨੁਭਵ ਨੂੰ ਕਿਵੇਂ ਆਪਣੀ ਜ਼ਿੰਦਗੀ 'ਚ ਉਤਾਰਾਂ, ਜਾਂ ਤੁਹਾਡੇ ਅਨੁਭਵ ਦਾ ਕਿਹੜਾ ਹਿੱਸਾ ਮੇਰੀ ਜ਼ਿੰਦਗੀ 'ਚ ਉਤਰ ਜਾਏ, ਇਸ ਗੱਲ ਦੀ ਚਰਚਾ ਕੌਣ ਕਰਦਾ ਹੈ? ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨਹੂ ਕਿਛੂ ਜਾਣਿਆ ਨਹੀਂ, ਜਿਨ੍ਹਾਂ ਨੇ ਕੁਝ ਨਹੀਂ ਜਾਣਿਆ। ਹੁਣ ਨਹੀਂ ਜਾਣਨ ਦੇ ਦੋ ਤਿੰਨ ਨੁਕਤੇ ਨੇ। ਅਸੀਂ ਸਵਾਸ ਲੈਂਦੇ ਹਾਂ, ਇਹਦੀ ਅਮੋਲਕਤਾ ਮਨੁੱਖ ਨੂੰ ਸਾਰੀ ਜ਼ਿੰਦਗੀ ਨਹੀਂ ਪਤਾ ਲੱਗਦੀ। ਪਤਾ ਉਦੋਂ ਲੱਗ ਜਦੋਂ ਆਖਰੀ ਪ੍ਰਾਣ ਦੇਹ 'ਚੋਂ ਨਿਕਲਣ ਲੱਗਦਾ। ਇਸੇ ਤਰ੍ਹਾਂ ਇਹ ਕੀਮਤੀ ਪੰਜਾਂ ਤੱਤਾਂ ਦੀ ਦੇਹ ਦੇ ਸੰਯੋਗ ਨਾਲ ਦੇਹ ਬਣਦੀ ਹੈ। ਇਸ ਦੇਹ ਦੀ ਅਮੋਲਕਤਾ ਬਾਰੇ ਜਾਂ ਦੁਰਲੱਭਤਾ ਬਾਰੇ ਕੌਣ ਜਾਣਦਾ ਹੈ? ਆਪਣੇ ਜੀਵਨ ਦਾ, ਸਾਡੇ ਜੀਵਨ 'ਚ ਕੁਝ ਸਦੀਵੀ ਵੀ ਹੈ, ਆਤਮ ਰੂਪ ਸਾਡਾ ਸਦੀਵੀ ਹੈ।
ਇਸ ਗੱਲ ਨੂੰ ਜਾਣਨ ਦੀ ਕੌਣ ਯਤਨ ਕਰਦਾ ਹੈ। ਇਸ ਕਰਕੇ ਸਾਡੇ ਜੀਵਨ ਦੀ ਜਿਹੜੀ ਆਰਜਾ ਹੈ, ਇਸ ਕਰਕੇ ਜਿਨਹੂ ਕਿਛੂ ਜਾਣਿਆ ਨਹੀਂ। ਕਹਿੰਦੇ ਕਿਸੇ ਦਫਾ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਕਿ ਕੋਈ ਜਗਿਆਸੂ ਕਿਸੇ ਮਹਾਤਮਾ ਦੇ ਕੋਲ ਗਿਆ। ਉੱਥੇ ਜਾ ਕੇ ਉਹਨੇ ਅਰਜ਼ ਕੀਤੀ ਕਿ ਜੀ ਮੈਂ ਬਹੁਤ ਮੈਲਾ ਹਾਂ, ਮੈਨੂੰ ਸਾਫ਼ ਕਰ ਦਿਓ। ਮਹਾਤਮਾ ਕਹਿਣ ਲੱਗੇ ਕਿ ਮੈਲਾ ਕਰ ਲੱਗਿਆ ਕਿੰਨਾ ਸਮਾਂ ਲਗਾਇਆ? ਕਹਿੰਦਾ ਜੀ ਪਤਾ ਨਹੀਂ, ਪਰ ਇੰਨਾ ਪਤਾ ਕਿ ਬਹੁਤ ਜ਼ਿਆਦਾ ਚਿਰ ਲਾਇਆ। ਕਹਿੰਦੇ ਉੱਜਲ ਹੋਣ ਦੇ ਲਈ ਵੀ ਓਨਾ ਸਮਾਂ ਲੱਗੇਗਾ? ਕਹਿੰਦੇ ਐਸੀ ਗੱਲ ਨਹੀਂ, ਅਤੇ ਉੱਜਲ ਹੋਣ ਦੇ ਲਈ ਥੋੜ੍ਹਾ ਸਮਾਂ ਲੱਗੇਗਾ। ਲਾਗੇ ਇੱਕ ਹੋਰ ਜਗਿਆਸੂ ਬੈਠਾ ਸੀ, ਉਹ ਕਹਿਣ ਲੱਗਾ ਜੀ ਇਹਦੇ ਗੱਲ ਕਹਿਣ ਦਾ ਭਾਵ ਕੀ ਹੈ? ਕਹਿੰਦੇ ਇਹਨੇ ਅੱਜ ਆਪਣੇ ਆਪ ਨੂੰ ਅੰਤਰੀਵ ਨੂੰ ਬੁੱਝਿਆ। ਅੱਜ ਇਹਨੂੰ ਸੋਝੀ ਆਈ ਹੈ ਕਿ ਜੀਵਨ ਦੇ ਵਿੱਚ ਕਿੰਨਾ ਵਾਸਨਾ ਦਾ ਕਰਮ ਕੀਤਾ। ਦਿਨ ਦੇ ਵਿੱਚ ਮੈਂ ਕਈ ਦਫਾ ਅੱਗੇ ਵੀ ਬੇਨਤੀ ਕੀਤੀ, ਪਤਾ ਨਹੀਂ ਆਪ ਕਿੰਨਾ ਗੌਰ ਕਰਦੇ ਹੋ, ਤੁਹਾਡੇ 'ਤੇ ਨਿਰਭਰ ਹੈ। ਦਿਨ ਦੇ ਵਿੱਚ 1 ਘੰਟਾ ਆਪਣੇ ਆਪ ਦੇ ਨਿਕਟ ਬੈਠਣਾ ਚਾਹੀਦਾ। 1 ਘੰਟਾ। ਉਦਾਹਰਨ ਦੇ ਤੌਰ 'ਤੇ ਵਾਚੋ ਕਿ ਸਾਡਾ ਮਨ ਵਾਸਨਾਗ੍ਰਸਤ ਕਿੰਨਾ ਹੈ। ਮਤਲਬ ਵਾਸਨਾਗ੍ਰਸਤ ਨੂੰ ਸਰਲ ਬੁੱਝਣਾ ਹੋਵੇ ਕਿ ਇਹਨੂੰ ਸਾਰਾ ਦਿਨ ਖਾਣ ਪੀਣ, ਪਹਿਨਣ, ਹੰਡਾਉਣ, ਚੱਲਣ ਫਿਰਨ, ਘੁੰਮਣ, ਇਕੱਠਾ ਕਰਨ ਦੇ ਕਿੰਨੇ ਕੁ, ਜਾਂ ਜੋ ਵਿਕਾਰਾਂ ਦੇ ਰਸ ਮਾਣਨ ਦੇ ਕਿੰਨੇ ਕੁ ਖਿਆਲ ਆਉਂਦੇ ਨੇ। ਇਸ ਗੱਲ ਨੂੰ ਬੁੱਝੋਗੇ ਤਾਂ ਪਤਾ ਲੱਗ ਜਾਏਗਾ ਮਨ ਵਾਸਨਾਗ੍ਰਸਤ ਹੈ। ਫਿਰ ਚੀਜ਼ਾਂ ਦੇ ਪ੍ਰਾਪਤੀ ਦੇ ਬਾਅਦ ਵੀ ਉਹਦੀ ਇੱਕ ਆਕਾਂਖਿਆ ਚੱਲਦੀ ਰਹਿੰਦੀ ਹੈ। ਇਹ ਸਾਡਾ ਤ੍ਰਿਸ਼ਨਾ ਦਾ ਸੁਭਾਅ ਹੈ। ਇੰਝ ਹੀ ਆਸਾ ਮਨਸਾ ਦਾ, ਇੰਝ ਹੀ ਵਿਕਾਰਾਂ ਦਾ। ਹੁਣ ਜਦੋਂ ਇਹ ਚੀਜ਼ ਨੂੰ ਬੁੱਝ ਲਵਾਂਗੇ ਤਾਂ ਫਿਰ ਸਾਨੂੰ ਸਮਝ ਆਏਗਾ ਕਿ ਸਾਡਾ ਜੀਵਨ ਬੜਾ ਮੈਲਾ ਹੈ। ਕਿਉਂਕਿ ਅਸੀਂ ਤਾਂ ਜਿਹੜਾ ਗੁਰੂ ਨੂੰ ਮਨ ਵਿੱਚ ਹੈ, ਸਤਿਗੁਰ ਕੈ ਪਾਸ, ਤਾਂ ਉਹ ਇਹੀ ਹੈ ਕਿ ਜਿਹੜਾ ਹੁਣ ਦੁਕਾਨਾਂ 'ਤੇ ਜਾਂਦੇ ਹਾਂ ਤਾਂ ਸਾਨੂੰ ਉਹ ਨਵੀਂ ਵਸਤ ਦਿੰਦਾ ਹੈ, ਪੁਰਾਣੀ ਦਵੇ ਤਾਂ ਅਸੀਂ ਇਤਰਾਜ਼ ਕਰ ਦਿੰਦੇ ਹਾਂ। ਜਿਸ ਮਨ ਵਿੱਚ ਹੈ ਸਤਿਗੁਰ ਕੈ ਪਾਸ ਦੀ ਗੱਲ ਕਰਦੇ ਹਾਂ, ਉਸ ਮਨ ਦੇ ਵਿੱਚ ਤਾਂ ਕੂੜ ਦਾ ਵਾਸ ਹੈ। ਉਹ ਤਾਂ ਕਥਾ ਦੀ ਉਚਾਈ 'ਚ ਜਾਣਾ ਹੀ ਨਹੀਂ ਚਾਹੁੰਦਾ। ਜਿਹੜੇ ਮਨ ਵੇਚਣ ਦੀ ਗੱਲ ਹੋ ਰਹੀ ਹੈ, ਉਸ ਮਨ ਦੇ ਵਿੱਚ ਤਾਂ ਵਾਸ਼ਨਾ ਦਾ ਵਾਸ ਹੈ, ਅਤੇ ਅਸੀਂ ਤਾਂ ਨਾਮ ਰਸ ਦੇ ਵਿੱਚ ਢਲਣਾ ਹੀ ਨਹੀਂ ਚਾਹੁੰਦੇ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ। ਜਿਨ੍ਹਾਂ ਨੇ ਨਹੀਂ ਜਾਣਿਆ ਕਿ ਅੰਤਰੀਵ ਤੌਰ 'ਤੇ ਕਿੰਨੇ ਮੈਲੇ ਹਾਂ, ਜਾਂ ਜੀਵਨ ਕਿੰਨੇ ਅਰਥਾਂ ਵਿੱਚ ਗਰਕ ਹੋ ਗਿਆ ਹੈ। ਭਗਤ ਕਬੀਰ ਸਾਹਿਬ ਜੀ, ਇਸ ਕਰਕੇ ਮੈਂ ਕਿਸੇ ਦਫਾ ਕਿਸੇ ਨਾਲ ਅਰਜ਼ ਸਾਂਝੀ ਕੀਤੀ ਸੀ ਕਿ ਮੇਰੇ ਕਈ ਨਿਕਟਵਰਤੀ ਅਧਿਆਤਮ ਪੁਰਸ਼ ਹਨ, ਉਹ ਨੌਜਵਾਨ ਹਨ, ਤਾਂ ਉਹਨਾਂ ਨੇ ਕਈ ਵਾਰੀ ਮੇਰੇ ਨਾਲ ਗੱਲ ਕੀਤੀ ਕਿ ਜੇ ਮਾਲਕ ਇਸ ਪੜਾਅ 'ਤੇ ਸਾਡੀ ਜ਼ਿੰਦਗੀ ਸਮਾਪਤ ਕਰ ਦੇਣਾ ਤਾਂ ਅਸੀਂ ਬੜੇ ਧੰਨਵਾਦੀ ਹੋਵਾਂਗੇ। ਮੈਂ ਇੱਕ ਨੂੰ ਪੁੱਛਿਆ ਕਿ ਇਸ ਗੱਲ ਦਾ ਕੀ ਕਾਰਨ? ਉਹ ਕਹਿਣ ਲੱਗਾ ਕਿ ਮੈਂ ਆਪਣੇ ਆਪ ਬਾਰੇ ਪੂਰਾ ਜਾਣ ਲਿਆ ਕਿ ਮੈਂ ਕਿਸੇ ਵਾਸਨਾ ਵਿੱਚ ਅੱਜ ਨਹੀਂ ਹਾਂ। ਅੱਜ ਮੇਰੇ ਅੰਦਰ ਕੋਈ ਖਾਸ ਕਿਸਮ ਦੀ, ਛੋਟੀ ਕਿਸਮ ਦੀ ਤ੍ਰਿਸ਼ਨਾ ਵੀ ਨਹੀਂ ਹੈ। ਵਿਕਾਰਾਂ ਦਾ ਸੁਭਾਅ ਮੇਰਾ ਜੇ ਬਿਲਕੁਲ ਨਹੀਂ ਬਣਿਆ। ਹੋ ਸਕਦਾ ਜੀਵਨ ਦੇ ਅਗਲੇ ਵਹਿਣ ਵਿੱਚ ਜਾ ਕੇ ਤ੍ਰਿਸ਼ਨਾ, ਵਾਸ਼ਨਾ ਸਾਰਾ ਕੁਝ ਦਖਲ ਕਰ ਜਾਏ ਅਤੇ ਮੇਰਾ ਜੀਵਨ ਮਲੀਨ ਹੋ ਜਾਏ ਅਤੇ ਮੇਰਾ ਮੁਕਤ ਹੋਣਾ ਔਖਾ ਹੋ ਜਾਏਗਾ। ਜੇ ਇੱਥੇ ਸਰੀਰ ਦਾ ਕਰਮ ਖਤਮ ਹੋ ਜਾਏ ਤਾਂ ਘੱਟੋ ਘੱਟ ਮੈਂ ਮੁਕਤ ਦੇ ਨੇੜੇ ਰਹਿ ਸਕਾਂਗਾ। ਇਸ ਕਰਕੇ ਇਸ ਥਾਂ 'ਤੇ ਆ ਕੇ ਮ੍ਰਿਤੂ ਦੇ ਸਹਿਤ ਹੋ ਜਾਣਾ, ਇਹਨੂੰ ਹੀ ਅਨੁਭਵੀ ਪੁਰਖਾਂ ਦਾ ਕਿਹਾ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਹੂ ਕਿਛੂ ਜਾਣਿਆ ਨਹੀਂ। ਇਹਦਾ ਇੱਕ ਹੋਰ ਭਾਵ ਆਪਦੇ ਸਨਮੁਖ ਰੱਖਦੇ ਹਾਂ। ਮਹਾਤਮਾ ਬੁੱਧ ਜਿੰਨਾ ਚਿਰ ਰਾਜ ਮਹਿਲਾਂ 'ਚ ਰਹੇ, ਕਿਸੇ ਦਾ ਦੁੱਖ ਦਰਦ ਨਜ਼ਰ ਨਹੀਂ ਆਇਆ। ਇੱਕ ਦਿਨ ਰਾਜ ਮਹਿਲ ਤੋਂ ਬਾਹਰ ਗਏ, ਸਾਰਾ ਦੁੱਖ ਦੇਖਿਆ ਅਤੇ ਉਸ ਦੁੱਖ ਨੂੰ ਗਿਆਨ ਦੇ ਸਹਿਤ ਆਪਣੇ ਅੰਦਰ ਹੰਡਾਇਆ। ਜੀਵਨ ਪਲਟ ਗਿਆ, ਬੁੱਧ ਪੁਰਸ਼ ਬਣੇ। ਗੁਰੂ ਨਾਨਕ ਸਾਹਿਬ ਜੀ ਬਾਰੇ ਵੀ ਜ਼ਿਕਰ ਆਉਂਦਾ ਹੈ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਕੋਈ ਗਿਆਨੀ ਹੋ ਕੇ ਗਿਆਨ ਦੀ ਹਉਮੈ ਵਿੱਚ ਸੜ ਰਿਹਾ, ਕੋਈ ਸੰਸਾਰੀ ਹੋ ਕੇ ਤ੍ਰਿਸ਼ਨਾ ਵਿੱਚ ਸੜ ਰਿਹਾ, ਕੋਈ ਅਵਿਦਿਆ ਦਾ ਸ਼ਿਕਾਰ ਹੋ ਕੇ ਵਿਕਾਰਾਂ ਦੀ ਤ੍ਰਿਸ਼ਨਾ ਦੀ ਅਗਨ ਵਿੱਚ ਸੜ ਰਿਹਾ। ਗੁਰੂ ਬਾਬੇ ਦੀ ਨਜ਼ਰ ਵਿੱਚ ਇਹ ਸਾਰੇ ਨੇ। ਅਤੇ ਇਸ ਕਰਕੇ ਜਦੋਂ ਇਹਨਾਂ ਨੂੰ ਜਾਣਿਆ, 3 ਸੁੱਖ ਨੀਂਦ ਵਿਹਾਏ, ਫਿਰ ਉਹਨਾਂ ਦਾ ਇੱਕ ਵੀ ਕਰਮ ਨਹੀਂ ਹੈ ਜਿਹੜਾ ਟਿਕਾ ਵਾਲਾ ਹੋਵੇ, ਬੜੇ ਆਨੰਦ ਵਾਲਾ ਹੋਵੇ। ਸਾਰੀ ਜਗਤ ਦਾ ਭ੍ਰਮਣ ਹੈ ਗੁਰੂ ਨਾਨਕ ਸਾਹਿਬ ਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਹੋ ਜੋ ਬੂਝਾ ਬੂਝਣਾ। ਅਸੀਂ ਜਿਹੜਾ ਬੁੱਝਣ ਦਾ ਯਤਨ ਕਰਨ ਲੱਗ ਪਏ ਹਾਂ, ਮਨ ਕੀ ਹੁੰਦਾ। ਇਸ ਕਰਕੇ ਕਿਸੇ ਦਫਾ ਜਦੋਂ ਆਰੰਭ ਦੇ ਵਿੱਚ ਚੀਜ਼ਾਂ ਪੜ੍ਹੀ ਦੀਆਂ ਨਾ, ਉਦੋਂ ਬੰਦਾ ਫਰੈਸ਼ ਬੜਾ ਹੁੰਦਾ। ਤਾਂ ਕਿਸੇ ਦਫਾ ਜਦੋਂ ਮੈਂ ਨਿਕਟ ਦੇ ਵਿੱਚ ਆਪਣੇ ਮਨ ਦੇ ਫੁਰਨੇ ਲਿਖਦਾ ਹੁੰਦਾ ਸੀ ਜਿਹੜੇ ਪਕੜੇ ਜਾਂਦੇ ਸਨ, ਤਾਂ ਉਹ ਸੁਭਾਵਕ ਦਿਨ ਦੇ ਵਿੱਚ ਰੁਕਦੇ ਹੀ ਨਹੀਂ ਸਨ, 1.5 ਘੰਟਾ। ਕਿਉਂਕਿ ਅਸੀਂ ਅਚੇਤ ਰਹਿੰਦੇ, ਇਸ ਕਰਕੇ ਬਹੁਤਾ ਬੋਲਣਾ ਵੀ ਜਿਹੜਾ ਹੈ ਉਹ ਬੰਦਾ ਅਚੇਤ ਤੋਂ ਹੀ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਹੋ ਜੋ ਬੂਝਾ ਬੂਝਣਾ।
ਜਦੋਂ ਅਸੀਂ ਪੱਤ ਦੇ ਅਰਥ ਵਿਚਾਰੇ ਨੇ ਤੇ ਉਦੋਂ ਮੁਸ਼ਕਿਲ ਹੋ ਗਈ ਕਿ ਬਾਹਰੋਂ ਤਾਂ ਸਾਨੂੰ ਕੋਈ ਮੰਦਾ ਭਲਾ ਨਹੀਂ ਕਹਿੰਦਾ, ਪਰ ਵਿਕਾਰ ਰੋਜ਼ ਕਰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਵੀ ਉਹਨਾਂ ਦੀ ਬਾਣੀ 'ਚ ਜ਼ਿਕਰ ਹੁੰਦਾ। ਕਹਿੰਦੇ ਹੁਣ ਜਿਵੇਂ ਜੀਵਨ ਦੀ ਅਮੋਲਕਤਾ ਨੂੰ ਅਸੀਂ ਵਾਚਿਆ ਕਿ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਕਹਿੰਦੇ ਮੈਂ ਇਸ ਗੱਲ ਨੂੰ ਵਾਚਿਆ ਕਿ ਮੈਂ ਤਾਂ ਪਲ ਪਲ ਕਰਕੇ ਘਟ ਰਿਹਾ, 100 ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋਊ ਹੈ ਕਾਂ ਕਾ। ਕਹਿੰਦੇ ਅਸਲ ਦੇ ਵਿੱਚ ਉਹ ਨਿਕਟ ਆ ਰਿਹਾ। ਇਸ ਚਿੰਤਾ ਦਾ ਜ਼ਿਕਰ, ਇਸ ਬੁੱਝਣ ਦੀ ਫਿਕਰ ਦਾ ਜ਼ਿਕਰ ਬਾਬਾ ਫਰੀਦ ਸਾਹਿਬ ਜੀ ਨੇ ਵੀ ਕੀਤਾ। ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਕਹਿੰਦੇ ਰੋਜ਼ ਆਪਣੀ ਹਾਲਤ ਨੂੰ ਸਮਝ ਰਿਹਾ। ਇਹਦੇ ਵਿੱਚ ਜ਼ਿਕਰ ਆਉਂਦਾ, ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਨਾ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬੱਗ ਬੈਠਿਆ। ਕਹਿੰਦੇ ਜੀਵਨ ਨੂੰ ਵਾਚ ਰਹੇ ਕਿ ਜੀਵਨ ਤਾਂ ਹੌਲੀ ਹੌਲੀ ਖਿਸਕ ਰਿਹਾ। ਫਿਰ ਜਿਹੜੇ ਬੁੱਝਣ ਵਾਲੇ ਬੰਦੇ ਨੇ ਉਹਨਾਂ ਦਾ ਪ੍ਰੋਸੈਸ ਕੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਦੇਖੋ ਜਿਹੜੇ ਬੁੱਝਣ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੀ ਕੀ ਅਵਸਥਾ ਹੁੰਦੀ। ਬਾਬਾ ਫਰੀਦ ਸਾਹਿਬ ਜੀ ਕਿਸੇ ਜਗ੍ਹਾ ਜਾ ਰਹੇ ਹੋਣਗੇ ਤਾਂ ਉਹਨਾਂ ਨੇ ਦੇਖਿਆ ਦਰਿਆ ਦਾ, ਉਹਨਾਂ ਨੇ ਆਪਣੀ ਜ਼ਿੰਦਗੀ ਦਰਿਆ ਦੇ ਵਹਿਣ ਵਿੱਚੋਂ ਨਜ਼ਰ ਆਈ। ਇਹਨੂੰ ਕਹਿੰਦੇ ਨੇ ਸਜੀਵ ਬੰਦਗੀ। ਉਹ ਕਹਿੰਦੇ ਫਰੀਦਾ ਮੌਤੈ ਦਾ ਬੰਨਾ ਇਉਂ ਦਿਸੈ, ਜਿਉਂ ਦਰਿਆਵੈ ਢਾਹਾ। ਹੁਣ ਉਦਾਹਰਨ ਦੇ ਤੌਰ 'ਤੇ ਜਿਹੜੇ ਜਗਿਆਸੂ ਨੇ, ਮੈਂ ਕਈ ਦਫਾ ਰਾਵੀ ਦਰਿਆ ਦੇ ਕੰਢੇ ਮੈਂ 3-4 ਮਹੀਨੇ ਰਿਹਾ ਤਾਂ ਬੜੇ ਗੌਰ ਨਾਲ ਦੇਖਦਾ ਰਿਹਾ, ਕਦੇ ਵਿੱਚ ਲੰਘ ਕੇ ਕਦੇ ਕਿਸੇ ਤਰ੍ਹਾਂ, ਕਿ ਦਰਿਆ ਸਰਾਲ ਕਿਵੇਂ ਮਾਰਦਾ। ਉਹਦਾ ਵਹਿਣ ਥੋੜ੍ਹਾ ਕਈ ਵਾਰੀ ਡਾਊਨ ਚੱਲਦਾ ਜਾਂਦਾ ਹੈ। ਉੱਪਰ ਦੇਖਿਆ ਕਿ ਉੱਪਰ ਫਸਲ ਬੀਜੀ ਹੋਈ ਸੀ, ਥੱਲਿਓਂ ਬਿਲਕੁਲ ਉਹਦੇ ਮਿੱਟੀ ਖੋਰ ਕੇ ਲੈ ਗਿਆ। ਅਤੇ ਕਿਸੇ ਦਿਨ ਇੱਕ ਥੋੜ੍ਹਾ ਤੇਜ਼ ਵਹਾਅ ਵੱਧ ਗਿਆ ਅਤੇ ਜਿਹੜਾ ਉੱਪਰ ਥੋੜ੍ਹਾ ਜਿਹਾ ਟਿਕਿਆ ਮਿੱਟੀ ਦਾ ਹਿੱਸਾ ਉਹ ਵੀ ਨਾਲ ਵਹਿ ਜਾਏਗਾ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੌਤੈ ਦਾ ਬੰਨਾ ਇਵੇਂ ਦਿਸੈ। ਮੈਨੂੰ ਆਪਣੇ ਜੀਵਨ ਦੀ ਮੌਤ ਵਾਲਾ ਭਾਗ ਇਵੇਂ ਦਿਸਦਾ ਹੈ ਕਿ ਜਿਵੇਂ ਇਹਨੂੰ ਕਾਲ ਰੋਜ਼ ਰੋਜ਼ ਸਰਾਲ ਲਾ ਰਿਹਾ ਹੈ ਅਤੇ ਕਿਸੇ ਨਾ ਕਿਸੇ ਦਿਨ ਪੂਰਾ ਵਹਿ ਜਾਣਾ। ਕਹਿੰਦੇ ਪਰ ਇਹ ਗੱਲ ਮਨੁੱਖ ਨੂੰ ਯਾਦ ਹੀ ਨਹੀਂ ਆਉਂਦੀ। ਜਾਂ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਵਿੱਚ ਵਾਕ ਹੈ ਕਿ ਕੰਧੀ ਜਿਹੜਾ ਹੈ, ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਧੀਰ, ਕਿ ਨਦੀ ਕਿਨਾਰੇ ਰੁੱਖ ਹੈ, ਭਾਵ ਜੀਵਨ ਸਾਡਾ ਮੌਤ ਦੇ ਉੱਪਰ ਖੜ੍ਹਾ ਹੈ। ਕਾਲ ਦੇ ਇੱਕ ਵਹਿਣ ਨਾਲ ਵਹਾ ਜਾਏਗਾ, ਪਰ ਸਾਡੇ ਜੀਵਨ ਨੂੰ ਇਸ ਗੱਲ ਨੂੰ ਬੁੱਝਣ ਦੀ ਬਜਾਏ ਉਹਦੇ ਮਾਣ ਹੰਕਾਰ ਵਿੱਚ ਪਏ ਹੋਏ ਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਹੋ ਜੋ ਬੂਝਾ ਬੂਝਣਾ, ਪੂਰੀ ਪਰੀ ਬੁਲਾਏ। ਹੁਣ ਇਹਦੇ ਵਿੱਚ ਭਗਤ ਕਬੀਰ ਸਾਹਿਬ ਦਾ ਇੱਕ ਨੁਕਤਾ ਰੱਖ ਕੇ ਸਮਾਪਤੀ ਵੱਲ ਵਧਾ ਕਿ ਕਹਿੰਦੇ ਭਗਤ ਕਬੀਰ ਸਾਹਿਬ ਜੀ ਨੇ ਬਾਣੀ 'ਚ ਨਾ ਇੱਕ ਆਪਣੀ ਟੈਨਸ਼ਨ ਦੱਸੀ ਹੋਈ ਹੈ। ਟੈਨਸ਼ਨ ਦੇ ਅਰਥ ਆਮ ਨਹੀਂ ਹਨ। ਮੈਂ ਇੱਕ ਅਰਜ਼ ਕਰਦਿਆਂ ਜਦੋਂ ਵੀ ਮੈਂ ਤੁਹਾਡੀ ਵਰਤੋਂ ਵਾਲੇ ਸ਼ਬਦ ਵਰਤਦਾ ਹਾਂ ਉਹਦੇ ਅਰਥ ਕਿਸੇ ਹਾਇਰ ਕਿਸਮ ਦੇ ਹੁੰਦੇ ਨੇ। ਐਵੇਂ ਛੋਟੇ ਅਰਥ ਸਮਝ ਕੇ ਕਿਸੇ ਉਸ ਗੱਲ ਦਾ ਅਰਥ ਕੁਝ ਹੋਰ ਨਾ ਕੱਢ ਲੈਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਹੁਣ ਮੇਰਾ ਪਰਿਵਾਰ ਮੇਰੇ ਨਾਲ ਥੋੜ੍ਹਾ ਨਾਰਾਜ਼ ਹੈ। ਕਹਿੰਦੇ ਕੀ? ਕਹਿੰਦੇ ਜਦੋਂ ਖੱਡੀ ਉਣਦਾ ਹਾਂ ਤਾਂ ਉਹ ਜਿਹੜੀ ਨਾਲੀ ਉਹਦੇ ਵਿੱਚ ਧਾਗਾ ਖਿੱਚਣ ਦੇ ਲਈ ਫੂਕ ਅੰਦਰ ਨੂੰ ਖਿੱਚਣੀ ਪੈਂਦੀ ਹੈ ਤਾਂ ਧਾਗਾ ਬਾਹਰ ਆਉਂਦਾ। ਅਤੇ ਕਹਿੰਦੇ ਇਸੇ ਦੌਰਾਨ ਰਾਮ ਰਾਮ ਕਹਿਣਾ ਮੈਨੂੰ ਜ਼ੁਬਾਨ ਤੋਂ ਭੁੱਲ ਜਾਂਦਾ ਹੈ ਅਤੇ ਉਸ ਦੌਰਾਨ ਜਿਹੜੀ ਖੱਡੀ ਦਾ ਧਾਗਾ ਪੂਰਾ ਨਹੀਂ ਉਣਿਆ ਜਾਂਦਾ ਅਤੇ ਉਹ ਅਧੂਰਾ ਰਹਿ ਜਾਂਦਾ ਹੈ ਅਤੇ ਉਹਦੇ ਕਰਕੇ ਬਾਰ-ਬਾਰ ਟੁੱਟਦਾ ਹੈ ਅਤੇ ਕੰਮ ਪੂਰਾ ਹੁੰਦਾ ਨਹੀਂ ਸਾਰੇ ਦਿਨ 'ਚ। ਤਾਂ ਕਹਿੰਦੇ ਜਬ ਲਗ ਧਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ, ਕਿ ਉਨਾ ਚਿਰ ਮੈਨੂੰ ਫਿਰ ਉਹ ਸਿਮਰਨ ਦਾ ਆਧਾਰ ਛੱਡਣਾ ਪੈਂਦਾ ਹੈ। ਹੁਣ ਮੈਨੂੰ ਸਮਝ ਆ ਗਈ ਹੈ ਕਿ ਸਿਮਰਨ ਦਾ ਆਧਾਰ ਵੱਡੀ ਚੀਜ਼ ਹੈ। ਕਹਿੰਦੇ ਪਰ ਪਰਿਵਾਰ ਨੂੰ ਇਹ ਹੈ ਕਿ ਸਾਨੂੰ ਧਨ ਕਮਾ ਕੇ ਦੇਵੇ। ਕਹਿੰਦੇ ਹੁਣ ਇਹ ਦੋਵੇਂ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਨੇ, ਇਸ ਕਰਕੇ ਪੂਰੀ ਪਰੀ ਬੁਲਾਏ। ਹੁਣ ਮੈਂ ਦੱਸੋ ਪਰਿਵਾਰ ਦੀਆਂ ਲੋੜਾਂ ਦੇ ਅਨੁਸਾਰ ਪੂਰਾ ਹੋ ਜਾਵਾਂ ਕਿ ਜਾਂ ਜਿਹੜਾ ਮੈਨੂੰ ਆਪਣੀ ਜ਼ਿੰਦਗੀ 'ਚ ਗਿਆਨ ਦੁਆਰਾ ਸਮਝ ਆਈ ਕਿ ਉਹਦੇ ਵਿੱਚ ਪੂਰਾ ਹੋ ਜਾਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਹੋ ਜੋ ਬੂਝਾ ਬੂਝਣਾ, ਜਿਹੜਾ ਬੁੱਝਣ ਦੀ ਤਰਫ ਚੱਲੇ ਹਾਂ, ਇਸ ਕਰਕੇ ਜਾਣਨਾ ਹੀ ਚਾਹੁੰਦੇ ਹਨ। ਤਾਂ ਇਹਦੇ ਸੰਬੰਧ 'ਚ ਇੱਕ ਹੋਰ ਨੁਕਤਾ ਅਰਜ਼ ਕਰਦੇ ਹਾਂ ਕਿ ਅਸੀਂ ਪੜ੍ਹਨ ਲਿਖਣ ਵਾਲੇ ਦਾਇਰੇ 'ਚ ਰਹਿੰਦੇ ਹਾਂ ਤਾਂ ਕਈ ਸਾਡੇ ਨਿਕਟਵਰਤੀ ਕਹਿਣਗੇ ਪੜ੍ਹਨ ਲਿਖਣ ਵਾਲੇ ਜੀ ਤੁਸੀਂ ਇਸ ਕਿਤਾਬ ਨੂੰ ਅਸੀਂ ਵੀ ਇਹੀ ਪੜ੍ਹੀ ਪਰ ਤੁਸੀਂ ਕੁਝ ਹੋਰ ਸਮਝ ਲਿਆ, ਅਸੀਂ ਕੁਝ ਹੋਰ ਸਮਝ ਲਿਆ, ਇਹਦਾ ਕੀ ਮਤਲਬ? ਮੈਂ ਕਿਹਾ ਜੀ ਤੁਸੀਂ ਕੇਵਲ ਪੜ੍ਹੀ, ਅਸੀਂ ਇਹਨੂੰ ਬੁੱਝਣ ਦਾ ਯਤਨ ਕੀਤਾ ਕਿ ਅਸਲ 'ਚ ਗੱਲ ਕੀ ਕਹਿ ਰਿਹਾ। ਜਿਵੇਂ ਮੈਂ ਅੱਜ ਹੀ ਅਰਜ਼ ਕੀਤੀ ਹੈ ਕਿ ਜਦੋਂ ਕੋਈ ਕਹਿੰਦਾ ਮੇਰਾ ਸੁਭਾਅ ਕੀ ਹੈ ਅਤੇ ਉਹਦੇ ਸੁਭਾਅ ਦੇ ਵਿੱਚ ਜਿਹੜੀ ਉਹ ਅੱਗੇ ਗੱਲ ਕਹਿ ਰਿਹਾ ਹੁੰਦਾ ਮੈਂ ਉਹਦੇ ਉੱਪਰ ਕੰਸਨਟਰੇਟ ਕਰਦਾ ਕਿ ਅਸਲ 'ਚ ਇਹ ਉੱਪਰੋਂ ਇਹ ਗੱਲ ਕਹਿ ਰਿਹਾ, ਅੰਦਰੋਂ ਇਹਦਾ ਮਨ ਬੋਲ ਰਿਹਾ ਅਤੇ ਮਨ ਦੀ ਅੰਦਰੋਂ ਕੋਈ ਪ੍ਰਵਿਰਤੀ ਬੋਲ ਰਹੀ ਹੈ ਅਤੇ ਪ੍ਰਵਿਰਤੀ ਦੇ ਵਿੱਚ ਵੀ ਇਹਦੀ ਬਿਰਤੀ ਦਾ ਕੋਈ ਸੂਖ ਮੰਚ ਪਿਆ ਹੋਇਆ ਹੈ। ਇਸ ਕਰਕੇ ਇਹ ਥੋੜ੍ਹਾ ਬੋਲ ਰਿਹਾ, ਇਹ ਪੂਰਾ ਅੰਦਰੋਂ ਬੋਲ ਰਿਹਾ ਹੈ। ਉਹ ਵੱਖਰੀ ਗੱਲ ਇਹਨੇ ਬਾਹਰੋਂ ਕਹਿ ਦਿੱਤਾ ਮੇਰਾ ਸੁਭਾਅ ਹੈ,
ਪਰ ਇਹਦਾ ਮਨ, ਇਹਦੀ ਬੁੱਧੀ, ਸਾਰਾ ਕੁਝ ਉਹਦੇ ਵਿੱਚ ਸਪਸ਼ਟ ਹੋ ਰਿਹਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੂਰੀ ਪਰੀ ਬਲਾਏ, ਇਹ ਪੂਰਾ ਦਾ ਪੂਰਾ ਜ਼ਿਕਰ ਹੀ ਮੇਰੇ ਉੱਪਰ ਆ ਕੇ ਭਾਰ ਪੈ ਗਿਆ ਹੈ ਅਤੇ ਮੈਂ ਇਹਨੂੰ ਕਿਵੇਂ ਹੱਲ ਕਰਾਂ, ਇਹਦਾ ਵਿਸਥਾਰ ਯਤਨ ਕਰਾਂਗਾ ਕੱਲ੍ਹ ਆਪ ਦੇ ਸਨਮੁਖ ਰੱਖ ਸਕਾਂ। ਪਾਵਨ ਲੜੀਵਾਰ ਸ਼ਬਦ ਵਿਚਾਰ ਦੀ ਆਪ ਦੇ ਨਾਲ ਸਾਂਝ ਪਾਉਂਦਿਆਂ ਅਗਲੇ ਵਾਕ ਦਾ ਜ਼ਿਕਰ ਰੱਖਾਂਗਾ ਕਿ ਜਿਹੜੇ ਬੁੱਝਣ ਵਿੱਚ ਪਏ ਨੇ ਉਹਨਾਂ ਨੂੰ ਕਿਵੇਂ ਲੱਗਦਾ ਕਿ ਅਸੀਂ ਬਲਾ ਆਪਣੇ ਗਲ ਪਾ ਲਈ ਹੈ। ਇਹਦਾ ਜ਼ਿਕਰ ਅਸੀਂ ਕੱਲ੍ਹ ਆਪ ਦੇ ਸਨਮੁਖ ਰੱਖਣ ਦਾ ਯਤਨ ਕਰਾਂਗਾ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਗੁਰੂ ਕਿਰਪਾ ਕਰੇ ਸਾਡੀ ਜਗਿਆਸਾ ਵੱਡੀ ਹੋਵੇ। ਜਗਿਆਸਾ ਵੱਡੀ ਦਾ ਮਤਲਬ ਕੀ ਹੈ ਕਿ ਜੋ ਕੁਝ ਵੀ ਅਸੀਂ ਧਰਮ ਦਾ ਕਰਮ ਕਰਦੇ ਹਾਂ, ਕਈ ਵਾਰ ਕਿੰਨਾ ਕੁਝ ਸਪਸ਼ਟ ਕਰ ਦਿੱਤਾ ਹੈ। ਮੱਥਾ ਟੇਕਣ ਦਾ ਅਰਥ ਕੀ ਹੈ, ਪ੍ਰਕਰਮਾਂ ਦਾ ਅਰਥ ਕੀ ਹੈ, ਹੱਥ ਜੋੜਨ ਦਾ ਅਰਥ ਕੀ ਹੈ, ਚੌਂਕੜੀ ਦਾ ਅਰਥ ਕੀ ਹੈ, ਬੜਾ ਕੁਝ ਸਪਸ਼ਟ ਕਰ ਦਿੱਤਾ ਹੈ। ਅਤੇ ਆਪਣੀ ਜਗਿਆਸਾ ਵੱਡੀ ਕਰਕੇ ਜਿਹੜਾ ਬਾਕੀ ਕੁਝ ਬਚ ਗਿਆ ਉਹਨੂੰ ਬੁੱਝਣ ਦਾ ਯਤਨ ਕਰੀਏ ਤਾਂ ਕਿ ਸਾਨੂੰ ਗਿਆਨ ਦੇ ਭੇਦ ਪ੍ਰਾਪਤ ਹੋਣ ਅਤੇ ਸਾਡੀ ਜਿਹੜੀ ਸਾਧਨਾ ਹੈ ਅਰਥਪੂਰਨ ਹੋ ਜਾਏ ਅਤੇ ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।